ਸਾਦਤ ਹਸਨ ਮੰਟੋ ਦੀ ਕਹਾਣੀ ਹੈ ਨੂਰ ਜਹਾਂ। ਮੈਂ ਸ਼ਾਇਦ ਪਹਿਲੀ ਵਾਰ ਨੂਰ ਜਹਾਂ ਨੂੰ ਫਿਲਮ ਖਾਨਦਾਨ 'ਚ ਵੇਖਿਆ ਸੀ। ਉਸ ਜ਼ਮਾਨੇ 'ਚ ਉਹ ਬੇਬੀ ਸੀ, ਹਾਲਾਂਕਿ ਪਰਦੇ 'ਤੇ ਉਹ ਹਰਗਿਜ਼ ਇਸ ਕਿਸਮ ਦੀ ਚੀਜ਼ ਮਾਲੂਮ ਨਹੀਂ ਹੁੰਦੀ ਸੀ। ਉਸ ਦੇ ਜਿਸਮ 'ਚ ਉਹ ਤਮਾਮ ਖਤੂਤ, ਉਹ ਤਮਾਮ ਕਟਾ ਮੌਜੂਦ ਸਨ ਜੋ ਇੱਕ ਜਵਾਨ ਕੁੜੀ ਦੇ ਜਿਸਮ 'ਚ ਹੋ ਸਕਦੇ ਹਨ ਅਤੇ ਜਿਨ੍ਹਾਂ ਦੀ ਉਹ ਜ਼ਰੂਰਤ ਪੈਣ 'ਤੇ ਨੁਮਾਇਸ਼ ਕਰ ਸਕਦੀ ਹੈ। ਨੂਰ ਜਹਾਂ ਉਨੀ ਦਿਨੀ ਫਿਲਮਬੀਨ ਲੋਕਾਂ ਲਈ ਇਤਰ ਵਾਂਗ ਸੀ, ਪਰ ਮੈਨੂੰ ਉਹਦੀ ਸ਼ਕਲੋ ਸੂਰਤ ਵਿੱਚ ਕੋਈ ਅਜਿਹੀ ਚੀਜ਼ ਨਜ਼ਰ ਨਹੀਂ ਆਈ। ਇੱਕ ਬਸ ਉਹਦੀ ਆਵਾਜ਼ ਕਿਆਮਤ ਖੇਜ਼ ਸੀ। ਸਹਿਗਲ ਤੋਂ ਬਾਅਦ ਮੈਂ ਨੂਰ ਜਹਾਂ ਦੇ ਗਲੇ ਤੋਂ ਮੁਤਾਸਿਰ ਹੋਇਆ। ਇੰਨੀ ਸਾਫ਼ ਸ਼ਫਾਕ ਆਵਾਜ਼, ਮੁਰਕੀਆਂ ਇੰਨੀਆਂ ਵਾਜ਼ੇਹ, ਉਚਾਰਨ ਇੰਨਾ ਸਪਸ਼ਟ, ਪੰਚਮ ਇੰਨਾ ਨੁਕੀਲਾ। ਮੈਂ ਸੋਚਿਆ ਜੇਕਰ ਇਹ ਕੁੜੀ ਚਾਹੇ ਤਾਂ ਘੰਟਿਆਂ ਬੱਧੀ ਇੱਕ ਸੁਰ 'ਤੇ ਖੜ੍ਹੀ ਰਹਿ ਸਕਦੀ ਹੈ, ਉਸੇ ਤਰ੍ਹਾਂ ਜਿਸ ਤਰ੍ਹਾਂ ਬਾਜ਼ੀਗਰ ਤਣੇ ਹੋਏ ਰੱਸੇ 'ਤੇ ਬਗੈਰ ਕਿਸੇ ਲਗਜ਼ਿਸ਼ ਦੇ ਖੜ੍ਹੇ ਰਹਿੰਦੇ ਹਨ। ਨੂਰ ਜਹਾਂ ਦੀ ਆਵਾਜ਼ 'ਚ ਹੁਣ ਉਹ ਲੋਚ, ਉਹ ਰਸ, ਉਹ ਬਚਪਨਾ, ਉਹ ਮਾਸੂਮੀਅਤ ਨਹੀਂ ਰਹੀ ਜੋ ਉਹਦੇ ਗਲੇ ਦੀ ਇਮਤਿਆਜ਼ੀ ਖਾਸੀਅਤ ਸੀ। ਫਿਰ ਵੀ ਨੂਰ ਜਹਾਂ ਹੈ। ਲਤਾ ਮੰਗੇਸ਼ਕਰ ਦੀ ਆਵਾਜ਼ ਦਾ ਜੋ ਜਾਦੂ ਅੱਜ ਕੱਲ੍ਹ ਹਰ ਥਾਂ ਚੱਲ ਰਿਹਾ ਹੈ, ਜੇਕਰ ਕਦੇ ਨੂਰ ਜਹਾਂ ਦੀ ਆਵਾਜ਼ ਫਿਜ਼ਾ 'ਚ ਬੁਲੰਦ ਹੋਵੇ ਤਾਂ ਕੰਨ ਉਸ ਤੋਂ ਬੇਤਨਾਈ ਨਹੀਂ ਵਰਤ ਸਕਦੇ। ਨੂਰ ਜਹਾਂ ਦੇ ਮੁਤਲਕ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਰਾਗ ਵਿਦਿਆ ਉਨੀ ਜਾਣਦੀ ਹੈ ਜਿੰਨੀ ਕਿ ਕੋਈ ਉਸਤਾਦ। ਉਹ ਠੁਮਰੀ ਗਾਉਂਦੀ ਹੈ, ਖਿਆਲ ਗਾਉਂਦੀ ਹੈ, ਧਰੂਪਦ ਗਾਉਂਦੀ ਹੈ, ਅਜਿਹਾ ਗਾਉਂਦੀ ਹੈ ਕਿ ਗਾਉਣ ਦਾ ਹੱਕ ਅਦਾ ਕਰਦੀ ਹੈ। ਸੰਗੀਤ ਦੀ ਤਾਲੀਮ ਤਾਂ ਉਹਨੇ ਯਕੀਨਨ ਹਾਸਲ ਕੀਤੀ ਸੀ, ਕਿਉਂਕਿ ਉਹ ਅਜਿਹੇ ਘਰਾਣੇ 'ਚ ਪੈਦਾ ਹੋਈ ਜਿੱਥੋਂ ਦਾ ਮਾਹੌਲ ਹੀ ਅਜਿਹਾ ਸੀ। ਪਰ ਇੱਕ ਚੀਜ਼ ਖੁਦਾ ਬਖਸ਼ ਵੀ ਹੁੰਦੀ ਹੈ। ਸੰਗੀਤ ਦੇ ਇਲਮ ਨਾਲ ਕਿਸੇ ਦਾ ਸੀਨਾ ਪਰਿਪੱਕ ਹੋਵੇ ਪਰ ਗਲੇ 'ਚ ਰਸ ਨਾ ਹੋਵੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਸਿਰਫ ਇਲਮ ਹੋਣਾ ਸੁਣਨ ਵਾਲਿਆਂ 'ਤੇ ਕੀ ਅਸਰ ਕਰ ਸਕੇਗਾ। ਨੂਰ ਜਹਾਂ ਦੇ ਕੋਲ ਇਲਮ ਵੀ ਸੀ ਅਤੇ ਖੁਦਾ ਬਖਸ਼ ਚੀਜ਼ ਵੀ, ਜਿਹਨੂੰ ਗਲਾ ਕਹਿੰਦੇ ਹਨ। ਇਹ ਦੋਵੇਂ ਚੀਜ਼ਾਂ ਮਿਲ ਜਾਣ ਤਾਂ ਕਿਆਮਤ ਦਾ ਵਰਨਾ ਤਾਂ ਲਾਜ਼ਮੀ ਹੈ। ਮੈਂ ਇੱਥੇ ਤੁਹਾਨੂੰ ਇੱਕ ਦਿਲਚਸਪ ਗੱਲ ਦੱਸਦੇ ਹਾਂ ਕਿ ਉਹ ਲੋਕ ਜਿਨ੍ਹਾਂ 'ਤੇ ਖੁਦਾ ਦੀ ਮਿਹਰਬਾਨੀ ਹੁੰਦੀ ਹੈ ਉਸ ਤੋਂ ਨਜਾਇਜ਼ ਫਾਇਦਾ ਚੁੱਕਦੇ ਹਨ। ਮੇਰਾ ਮਤਲਬ ਹੁਣ ਤੁਹਾਡੇ ਅੱਗੇ ਸਾਫ਼ ਹੋ ਜਾਏਗਾ। ਚਾਹੀਦਾ ਤਾਂ ਇੰਝ ਹੈ ਕਿ ਜੋ ਚੀਜ਼ ਖੁਦਾ ਨੇ ਦਿੱਤੀ ਹੈ ਉਹਦੀ ਹਿਫਾਜ਼ਤ ਕੀਤੀ ਜਾਵੇ ਤਾਂ ਕਿ ਉਹ ਵਿਗੜੇ ਨਾ। ਪਰ ਮੈਂ ਅਕਸਰ ਵੇਖਿਆ ਕਿ ਲੋਕ ਉਹਦੀ ਪਰਵਾਹ ਨਹੀਂ ਕਰਦੇ, ਸਗੋਂ ਪਰੋਖ ਜਾਂ ਅਪਰੋਖ ਰੂਪ 'ਚ ਪੂਰੀ ਕੋਸ਼ਿਸ਼ ਕਰਦੇ ਆ ਕਿ ਤਬਾਹ ਅਤੇ ਬਰਬਾਦ ਹੋ ਜਾਏ। ਸ਼ਰਾਬ ਗਲੇ ਦੇ ਲਈ ਸਖਤ ਗੈਰ ਮੁਫੀਦ ਹੈ, ਪਰ ਸਹਿਗਲ ਮਰਹੂਮ ਸਾਰੀ ਉਮਰ ਪੀਂਦੇ ਰਹੇ। ਖੱਟੀਆਂ ਅਤੇ ਤਲੀਆਂ ਚੀਜ਼ਾਂ ਗਲੇ ਲਈ ਤਬਾਹਕੁਨ ਹੁੰਦੀਆਂ ਨੇ ਅਤੇ ਕੌਣ ਨਹੀਂ ਜਾਣਦਾ। ਪਰ ਨੂਰ ਜਹਾਂ ਪਾਈਆ ਤੇਲ ਦਾ ਅਚਾਰ ਖਾ ਜਾਂਦੀ ਸੀ। ਮਜ਼ੇ ਦੀ ਗੱਲ ਇਹ ਹੈ ਕਿ ਜਦੋਂ ਉਹਨੇ ਫਿਲਮ ਲਈ ਗਾਉਣਾ ਹੁੰਦਾ ਅਤੇ ਉਹ ਖਾਸ ਇਹਤਮਾਮ ਨਾਲ ਪੱਕਾ ਅਚਾਰ ਖਾਏਗੀ। ਉਹ ਤੋਂ ਮਗਰੋਂ ਬਰਫ਼ ਦਾ ਪਾਣੀ ਪੀਏਗੀ, ਫਿਰ ਮਾਈਕਰੋਫੋਨ ਦੇ ਕੋਲ ਜਾਏਗੀ। ਉਹਦਾ ਕਹਿਣਾ ਕਿ ਇਸ ਤਰ੍ਹਾਂ ਆਵਾਜ਼ ਨਿਖਰ ਜਾਂਦੀ ਹੈ। ਇੰਝ ਆਵਾਜ਼ ਕਿਵੇਂ ਨਿਖਰਦੀ ਹੈ, ਗਲਾ ਕਿਵੇਂ ਸਾਫ਼ ਹੁੰਦਾ ਹੈ, ਇਹਦੇ ਮੁਤਲਕ ਤਾਂ ਨੂਰ ਜਹਾਂ ਹੀ ਬਿਹਤਰ ਜਾਣਦੀ ਹੈ। ਵੈਸੇ ਮੈਂ ਅਸ਼ੋਕ ਕੁਮਾਰ ਨੂੰ ਵੀ ਬਰਫ਼ ਇਸਤੇਮਾਲ ਕਰਦੇ ਹੀ ਵੇਖਿਆ। ਜਦੋਂ ਉਹਨੂੰ ਗਾਉਣ ਦੀ ਸਦਾਬੰਦੀ ਕਰਨੀ ਹੁੰਦੀ ਸੀ ਉਹ ਸਾਰਾ ਵਕਤ ਬਰਫ਼ ਦੇ ਟੁਕੜੇ ਚਬਾਉਂਦਾ ਰਹਿੰਦਾ ਸੀ। ਜਦੋਂ ਤੱਕ ਰਿਕਾਰਡ ਜਿੰਦਾ ਹੈ ਸਹਿਗਲ ਮਹਿਰੂਮ ਦੀ ਆਵਾਜ਼ ਕਦੇ ਨਹੀਂ ਮਰ ਸਕਦੀ। ਇਸੇ ਤਰ੍ਹਾਂ ਨੂਰ ਜਹਾਂ ਦੀ ਆਵਾਜ਼ ਵੀ ਇੱਕ ਅਰਸੇ ਤੱਕ ਜਿੰਦਾ ਰਹੇਗੀ ਅਤੇ ਆਉਣ ਵਾਲੀਆਂ ਨਸਲਾਂ ਦੇ ਕੰਨਾਂ 'ਚ ਆਪਣਾ ਸ਼ਹਿਦ ਟਪਕਾਉਂਦੀ ਰਹੇਗੀ। ਮੈਂ ਨੂਰ ਜਹਾਂ ਨੂੰ ਸਿਰਫ ਪਰਦੇ 'ਤੇ ਵੇਖਿਆ ਹੈ। ਮੈਂ ਉਹਦੀ ਸ਼ਕਲੋ ਸੂਰਤ ਅਤੇ ਅਦਾਕਾਰੀ ਦਾ ਨਹੀਂ, ਉਹਦੀ ਆਵਾਜ਼ ਦਾ ਸ਼ੁਦਾਈ ਸਾਂ। ਉਹ ਘੱਟ ਉਮਰ ਦੀ ਸੀ, ਇਸ ਲਈ ਮੈਨੂੰ ਹੈਰਤ ਸੀ ਕਿ ਉਹ ਕਿਵੇਂ ਇੰਨੇ ਦਿਲ ਫਰੇਬ ਤਰੀਕੇ ਨਾਲ ਗਾ ਸਕਦੀ ਸੀ। ਉਨੀ ਦਿਨੀ ਦੋ ਆਦਮੀਆਂ ਦਾ ਦੌਰ ਸੀ, ਮਰਹੂਮ ਸਹਿਗਲ ਅਤੇ ਨੂਰ ਜਹਾਂ ਦਾ। ਉਂਝ ਤਾਂ ਉਨੀ ਦਿਨੀ ਖੁਰਸ਼ੀਦ ਛਾਈ ਹੋਈ ਸੀ ਅਤੇ ਸ਼ਮਸ਼ਾਦ ਦੇ ਚਰਚੇ ਵੀ ਸਨ, ਪਰ ਫਿਰ ਨੂਰ ਜਹਾਂ ਦੀ ਆਵਾਜ਼ 'ਚ ਸਭ ਦੀਆਂ ਆਵਾਜ਼ਾਂ ਦਬ ਗਈਆਂ। ਸੁਰੱਈਆ ਬਾਅਦ ਦੀ ਪੈਦਾਵਾਰ ਸੀ। ਮੈਨੂੰ ਅਫਸੋਸ ਹੈ ਕਿ ਸਹਿਗਲ ਅਤੇ ਸੁਰੱਈਆ ਇਕੱਠੇ ਫਿਲਮ 'ਚ ਪੇਸ਼ ਹੋਏ, ਪਰ ਸਹਿਗਲ ਅਤੇ ਨੂਰ ਜਹਾਂ ਦੋਵੇਂ ਅਲੱਗ-ਅਲੱਗ ਰਹੇ। ਪਤਾ ਨਹੀਂ ਪ੍ਰੋਡਿਊਸਰ ਦੇ ਦਿਮਾਗ 'ਚ ਕਿਉਂ ਉਹਨਾਂ ਨੂੰ ਇਕੱਠੇ ਕਰਨ ਦਾ ਖਿਆਲ ਪੈਦਾ ਨਹੀਂ ਹੋਇਆ, ਜਾਂ ਕਿਸੇ ਵਜ੍ਹਾ ਕਰਕੇ ਪ੍ਰੋਡਿਊਸਰ ਉਹਨਾਂ ਨੂੰ ਇੱਕ ਫਿਲਮ ਦੀ ਕਾਸਟ ਵਿੱਚ ਇਕੱਠਾ ਨਹੀਂ ਕਰ ਸਕੇ। ਬਹਰਹਾਲ ਮੈਨੂੰ ਇਹਦਾ ਅਫਸੋਸ ਹੈ ਅਤੇ ਹਮੇਸ਼ਾ ਰਹੇਗਾ। ਜੇਕਰ ਉਹ ਦੋਵੇਂ ਆਮੋ ਸਾਹਮਣੇ ਹੋ ਜਾਂਦੇ ਤਾਂ ਸੰਗੀਤ ਦੀ ਦੁਨੀਆ 'ਚ ਨਿਹਾਇਤ ਖੁਸ਼ਗਵਾਰ ਇਨਕਲਾਬ ਪੈਦਾ ਹੋ ਜਾਂਦਾ। ਨੂਰ ਜਹਾਂ ਨਾਲ ਮੇਰੀ ਮੁਲਾਕਾਤ ਕਿਵੇਂ ਹੋਈ, ਕਦੋਂ ਹੋਈ ਅਤੇ ਕਿੱਥੇ ਹੋਈ, ਇੱਕ ਲੰਮੀ ਦਾਸਤਾਨ ਹੈ।
ਕਈ ਸਾਲ ਬੰਬਈ ਦੀ ਫਿਲਮੀ ਦੁਨੀਆ 'ਚ ਰਹਿ ਕੇ ਕੁਝ ਕਾਰਨਾਂ ਕਰਕੇ ਮੈਂ ਦਿਲ ਬਰਦਾਸ਼ਤਾ ਹੋ ਕੇ ਦਿੱਲੀ ਆ ਗਿਆ ਅਤੇ ਉੱਥੇ ਮੈਂ ਆਲ ਇੰਡੀਆ ਰੇਡੀਓ 'ਚ ਮੁਲਾਜ਼ਮਤ ਕਰ ਲਈ। ਫਿਰ ਵੀ ਉੱਥੋਂ ਦਿਲ ਉਜਾਟ ਹੋ ਗਿਆ। ਬੰਬਈ ਤੋਂ ਮੁਸੱਵਰ ਦੇ ਐਡੀਟਰ ਨਜ਼ੀਰ ਲੁਧਿਆਣਵੀ ਦੇ ਅਨੇਕਾਂ ਖੱਤ ਆਏ, ਤੂੰ ਵਾਪਸ ਆ ਜਾ। ਖਾਨਦਾਨ ਦੇ ਡਾਇਰੈਕਟਰ ਸ਼ੌਕਤ ਹੁਸੈਨ ਰਿਜ਼ਵੀ ਇੱਥੇ ਆਏ ਹੋਏ ਨੇ ਅਤੇ ਮੇਰੇ ਕੋਲ ਠਹਿਰੇ ਹੋਏ ਨੇ। ਉਹਨਾਂ ਦੀ ਖੁਆਇਸ਼ ਆ ਵੀ ਤੂੰ ਉਹਨਾਂ ਦੇ ਲਈ ਇੱਕ ਕਹਾਣੀ ਲਿਖੇ। ਮੈਂ ਦਿੱਲੀ ਛੱਡ ਕੇ ਬੰਬਈ ਮੁੜ ਆਇਆ। ਇਹ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਕ੍ਰਿਪਸ ਮਿਸ਼ਨ ਫੇਲ ਹੋ ਚੁੱਕਿਆ ਸੀ। ਮੈਂ ਸ਼ਾਇਦ 7 ਅਗਸਤ 1940 ਨੂੰ ਬੰਬਈ ਪਹੁੰਚਿਆ ਅਤੇ ਸ਼ੌਕਤ ਨਾਲ ਮੇਰੀ ਪਹਿਲੀ ਮੁਲਾਕਾਤ 17 ਏਲਡੀ ਚੈਂਬਰਜ਼ ਕਲੇਅਰ ਰੋਡ 'ਤੇ ਹੋਈ, ਜੋ ਦਫ਼ਤਰ ਵੀ ਸੀ ਅਤੇ ਰਿਹਾਇਸ਼ੀ ਮਕਾਨ ਵੀ। ਸ਼ੌਕਤ ਬੜਾ ਛੈਲ ਬੰਕਾ ਨੌਜਵਾਨ ਸੀ। ਗੋਰਾ ਰੰਗ, ਗੱਲਾਂ ਲਾਲ, ਜਾਨ ਗਿਲਬਰਟ ਸਟਾਈਲ ਦੀਆਂ ਮੁੱਛਾਂ, ਘੁੰਘਰਾਲੇ ਵਾਲ, ਲੰਮਾ ਕੱਦ, ਬਹੁਤ ਖੁਸ਼ਪੋਸ਼, ਬੇਦਾਗ ਪਤਲੂਨ, ਵੱਟਾਂ ਰਹਿਤ ਕੋਟ, ਟਾਈ ਦੀ ਗੰਢ ਬਹੁਤ ਵਧੀਆ, ਚਾਲ 'ਚ ਲਟਕ। ਅਸੀਂ ਪਹਿਲੀ ਮੁਲਾਕਾਤ 'ਚ ਹੀ ਘੁਲ ਮਿਲ ਗਏ। ਮੈਂ ਉਹਨੂੰ ਬਹੁਤ ਹਿਤੈਸ਼ੀ ਇਨਸਾਨ ਪਾਇਆ। ਮੈਂ ਦਿੱਲੀ ਤੋਂ ਆਪਣੇ ਨਾਲ ਆਪਣੀ ਪਸੰਦੀਦਾ ਸਿਗਰਟ ਯਾਨੀ ਕ੍ਰੇਵਨ ਦਾ ਕਾਫੀ ਸਟਾਕ ਲੈ ਕੇ ਆਇਆ ਸੀ। ਜੰਗ ਛਿੜੀ ਹੋਈ ਸੀ, ਇਸ ਲਈ ਬੰਬਈ 'ਚ ਸਿਗਰਟ ਕਰੀਬ ਨਾਯਾਬ ਸਨ। ਸ਼ੌਕਤ ਨੇ ਮੇਰੇ ਕੋਲ 20-25 ਡੱਬੇ ਅਤੇ 50 ਦੇ ਕਰੀਬ ਡੱਬੀਆਂ ਵੇਖੀਆਂ ਤਾਂ ਬਹੁਤ ਖੁਸ਼ ਹੋਇਆ। ਸਾਡਾ ਦੋਨਾਂ ਦਾ ਅੱਡਾ ਉਹੀ 17 ਏਡਲਵੀ ਚੈਂਬਰਜ਼ ਵਿੱਚ ਸੀ ਅਤੇ 2 ਕਮਰੇ ਸਨ, ਜਹਾਜ਼ੀ ਸਾਈਜ਼ ਦੇ। ਇੱਕ 'ਚ ਦਫ਼ਤਰ ਸੀ, ਦੂਸਰੇ 'ਚ ਰਿਹਾਇਸ਼ੀ ਮਾਮਲਾ। ਪਰ ਅਸੀਂ ਰਾਤ ਨੂੰ ਦਫ਼ਤਰ 'ਚ ਸੌਂਦੇ ਸਾਂ ਅਤੇ ਮਿਰਜ਼ਾ ਮੁਸ਼ੱਰਫ ਵਗੈਰਾ ਆ ਜਾਂਦੇ ਸਨ। ਉਹ ਸਾਡੀਆਂ ਮੰਜੀਆਂ ਵਿਛਾ ਜਾਂਦੇ। ਜਦੋਂ ਤੱਕ ਸ਼ੌਕਤ ਉੱਥੇ ਰਿਹਾ ਬੜੇ ਹੰਗਾਮੇ ਰਹੇ। ਕ੍ਰੇਵਨ ਦੇ ਸਿਗਰਟ ਅਤੇ ਨਾਸਿਕ ਦੀ ਹਿਰਨ ਮਾਰਕਾ ਵਿਸਕੀ, ਜੋ ਬੜੀ ਵਾਹਿਆਤ ਸੀ, ਪਰ ਇਹਦੇ ਸਿਵਾ ਹੋਰ ਕੋਈ ਚਾਰਾ ਵੀ ਨਹੀਂ ਸੀ। ਸ਼ੌਕਤ ਖਾਨਦਾਨ ਤੋਂ ਬਾਅਦ ਬਹੁਤ ਵੱਡਾ ਡਾਇਰੈਕਟਰ ਬਣ ਚੁੱਕਿਆ ਸੀ, ਪਰ ਲਾਹੌਰ ਤੋਂ ਬੰਬਈ ਪਹੁੰਚਣ ਅਤੇ ਉੱਥੇ ਕੁਝ ਦੇਰ ਰਹਿਣ ਦੌਰਾਨ ਸਭ ਕੁਝ ਖਰਚ ਕਰ ਚੁੱਕਿਆ ਸੀ, ਜੋ ਉਹਨਾਂ ਲਾਹੌਰ 'ਚ ਫਿਲਮ ਦੀ ਹੰਗਾਮੀ ਅਤੇ ਖਰਚੇ ਨਾਲ ਭਰੀ ਜ਼ਿੰਦਗੀ ਗੁਜ਼ਰਨ ਤੋਂ ਬਾਅਦ ਪਿੱਛੇ ਅੰਦਾਜ਼ ਕੀਤਾ ਸੀ। ਮੇਰੇ ਕੋਲ ਤਾਂ ਸਿਰਫ ਕੁਝ 100 ਹਨ, ਜੋ ਹਿਰਨ ਮਾਰਕਾ ਵਿਸਕੀ 'ਚ ਡੁੱਬ ਹੋ ਗਏ। ਖੈਰ, ਜਿਵੇਂ ਕਿਵੇਂ ਗੁਜ਼ਾਰਾ ਚੱਲਦਾ ਰਿਹਾ। ਉਹ ਸਮਾਂ ਬਹੁਤ ਨਾਜ਼ੁਕ ਸੀ। ਮੈਂ 7 ਅਗਸਤ ਨੂੰ ਬੰਬਈ ਪਹੁੰਚਿਆ। 9 ਅਗਸਤ ਦੀ ਸਵੇਰ ਨੂੰ ਜਦੋਂ ਮੈਂ ਕਿਤੇ ਟੈਲੀਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲਾਈਨ ਡੈੱਡ ਯਾਨੀ ਮੁਰਦਾ ਸੀ। ਪਤਾ ਲੱਗਿਆ ਕਿਉਂਕਿ ਕਾਂਗਰਸੀ ਲੀਡਰਾਂ ਦੀ ਗ੍ਰਿਫਤਾਰੀ ਅਮਲ 'ਚ ਆ ਰਹੀ ਸੀ, ਇਸ ਲਈ ਇਹਤਿਆਤ ਵਜੋਂ ਟੈਲੀਫੋਨ ਦਾ ਸਾਰਾ ਸਿਲਸਿਲਾ ਮੁਨੱਕਤਾ ਕਰ ਦਿੱਤਾ ਗਿਆ ਸੀ। ਗਾਂਧੀ ਜੀ, ਜਵਾਹਰ ਲਾਲ ਨਹਿਰੂ, ਅਬੁਲ ਕਲਾਮ ਆਜ਼ਾਦ ਵਗੈਰਾ ਸਾਰੇ ਗ੍ਰਿਫਤਾਰ ਕਰ ਲਏ ਗਏ ਸਨ ਅਤੇ ਕਿਸੇ ਅਗਿਆਤ ਥਾਂ 'ਤੇ ਤਾੜ ਦਿੱਤੇ ਗਏ ਸਨ। ਸ਼ਹਿਰ ਦੀ ਫਿਜ਼ਾ ਬਿਲਕੁਲ ਅਜਿਹੀ ਸੀ ਜਿਵੇਂ ਭਰੀ ਹੋਈ ਬੰਦੂਕ। ਬਾਹਰ ਨਿਕਲਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਕਈ ਦਿਨ ਅਸੀਂ ਹਿਰਨ ਮਾਰਕਾ ਸ਼ਰਾਬ ਪੀ ਕੇ ਆਪਣਾ ਡੰਗ ਟਪਾਉਂਦੇ ਰਹੇ। ਇਸੇ ਦੌਰਾਨ ਫਿਲਮ ਇੰਡਸਟਰੀ ਵਿੱਚ ਵੀ ਇਨਕਲਾਬ ਪੈਦਾ ਹੋ ਚੁੱਕਿਆ ਸੀ, ਕਿਉਂਕਿ ਹਾਲਾਤ ਗੈਰ ਯਕੀਨੀ ਸਨ। ਇਸ ਲਈ ਕਿਸੇ ਨਵੀਂ ਫਿਲਮ ਦੀ ਤਿਆਰੀ ਕੌਣ ਕਰਦਾ। ਸੋ ਜਿਨ੍ਹਾਂ ਲੋਕਾਂ ਨਾਲ ਸ਼ੌਕਤ ਦੀ ਗੱਲਬਾਤ ਚੱਲ ਰਹੀ ਸੀ, ਇੱਕ ਮੁਤੱਯਨ ਅਰਸੇ ਵਾਸਤੇ ਡੱਬੇ 'ਚ ਪੈ ਗਈ ਅਤੇ ਅਸੀਂ ਨਜ਼ੀਰ ਲੁਧਿਆਣਵੀ ਦੇ ਘਰ ਫਿੱਕਾ ਕਸੈਲਾ ਰਿੱਧਾ ਪੱਕਿਆ ਖਾਣਾ ਖਾ ਕੇ ਲੰਬੀ ਤਾਣ ਕੇ ਸੌਂਦੇ ਰਹੇ। ਫਿਰ ਵੀ ਕਦੇ ਕਦਾਈਂ ਜ਼ਿੰਦਗੀ ਦੇ ਆਸਾਰ ਪੈਦਾ ਹੋ ਜਾਂਦੇ ਅਤੇ ਅਸੀਂ ਕਹਾਣੀਆਂ ਦੇ ਮੁਤੱਲਿਕ ਸੋਚਣਾ ਸ਼ੁਰੂ ਕਰ ਦਿੰਦੇ। ਇਸੇ ਦੌਰਾਨ ਮੈਨੂੰ ਪਤਾ ਲੱਗਿਆ ਨੂਰ ਜਹਾਂ ਵੀ ਬੰਬਈ 'ਚ ਹੈ। ਪਰ ਠਹਿਰੋ, ਮੈਂ ਤੁਹਾਨੂੰ ਦੱਸਦਾ ਮੈਨੂੰ ਕਿਵੇਂ ਪਤਾ ਲੱਗਿਆ। ਮੇਰਾ ਹਾਫਜ਼ਾ ਜਵਾਬ ਦੇ ਗਿਆ ਸੀ। ਅਸਲ 'ਚ ਮੈਨੂੰ 8 ਅਗਸਤ ਨੂੰ ਹੀ ਪਤਾ ਚੱਲ ਗਿਆ ਸੀ, ਜਦੋਂ ਕਿ ਮੇਰੀ ਮੁਲਾਕਾਤ ਸ਼ੌਕਤ ਨਾਲ ਨਹੀਂ ਹੋਈ ਸੀ। ਮੈਂ ਮਾਹਿਮ ਜਾ ਕੇ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਮਿਲਣਾ ਸੀ। ਇਸ ਤੋਂ ਇਲਾਵਾ ਇੱਕ ਰੇਡੀਓ ਆਰਟਿਸਟ ਸਮੀਨਾ ਦਾ ਪਤਾ ਲੈਣਾ ਸੀ। ਇਸ ਕੁੜੀ ਨੂੰ ਮੈਂ ਆਲ ਇੰਡੀਆ ਰੇਡੀਓ ਦਿੱਲੀ ਤੋਂ ਬੰਬਈ ਭੇਜਿਆ ਸੀ, ਕਿਉਂਕਿ ਉਹਨੂੰ ਫਿਲਮ 'ਚ ਕੰਮ ਕਰਨ ਦਾ ਸ਼ੌਕ ਸੀ। ਮੈਂ ਉਹਨੂੰ ਪ੍ਰਿਥਵੀ ਰਾਜ ਕਪੂਰ ਅਤੇ ਬ੍ਰਿਜਮੋਹਨ ਦੇ ਨਾਂ ਤਾਰੁਫੀ ਖੱਤ ਲਿਖ ਕੇ ਦੇ ਦਿੱਤੇ ਸਨ। ਹੁਣ ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਉਹ ਫਿਲਮੀ ਦੁਨੀਆ 'ਚ ਸ਼ਾਮਲ ਹੋ ਚੁੱਕੀ ਹੈ ਜਾਂ ਨਹੀਂ। ਕੁੜੀ ਜ਼ਹੀਨ ਸੀ, ਕਿਰਦਾਰ ਨਿਗਾਰੀ ਉਹਦੀ ਬਹੁਤ ਵਧੀਆ ਸੀ, ਸੰਵਾਦ ਬਹੁਤ ਰਵਾਨੀ ਦੇ ਨਾਲ ਅਦਾ ਕਰਦੀ ਸੀ, ਸ਼ਕਲੋ ਸੂਰਤ ਵੀ ਠੀਕ ਸੀ, ਇਸ ਲਈ ਮੈਨੂੰ ਯਕੀਨ ਸੀ ਕਿ ਉਹ ਕਾਮਯਾਬ ਹੋ ਗਈ ਹੋਏਗੀ। ਮੈਨੂੰ ਪਤਾ ਚੱਲਿਆ ਕਿ ਉਹ ਸ਼ਿਵਾਜੀ ਪਾਰਕ ਵਿੱਚ ਕਿਤੇ ਰਹਿੰਦੀ ਹੈ, ਪਰ ਸ਼ਿਵਾਜੀ ਪਾਰਕ ਇੰਨੀ ਵੱਡੀ ਥਾਂ ਹੈ ਕਿ ਮਸੀਨਾ ਖਾਤੂਨ ਦਾ ਪਤਾ ਲਾਉਣਾ ਬੜਾ ਮੁਸ਼ਕਿਲ ਸੀ। ਸੋ ਮੈਂ ਨਿਜ਼ਾਮੀ ਸਾਹਿਬ ਦੇ ਕੋਲ ਚਲਾ ਗਿਆ, ਜੋ ਨੇੜਲੀ ਕੈਂਡਲ ਰੋਡ 'ਤੇ ਰਹਿੰਦੇ ਸਨ। ਮੈਨੂੰ ਉਹਨਾਂ ਦਾ ਐਡਰੈਸ ਪਤਾ ਸੀ, ਇਸ ਲਈ ਕਿ ਉਹ ਮੈਨੂੰ ਅਕਸਰ ਖੱਤ ਲਿਖਦੇ ਰਹਿੰਦੇ ਸਨ।
ਇਹ ਉਹੀ ਨਿਜ਼ਾਮੀ ਹੈ ਜਿਨ੍ਹਾਂ ਨੇ ਮੁਮਤਾਜ਼ ਸ਼ਾਂਤੀ ਨੂੰ ਤਰਬੀਅਤ ਦਿੱਤੀ ਅਤੇ ਜਿਹਦੇ ਕੋਲ ਵਲੀ ਸਾਹਿਬ ਕਈ ਵਰ੍ਹੇ ਪਏ ਰਹੇ ਅਤੇ ਆਖਰ ਮੁਮਤਾਜ਼ ਸ਼ਾਂਤੀ ਨੂੰ ਨਿਜ਼ਾਮ ਦੇ ਦੱਸੇ ਹੋਏ ਅਸੂਲਾਂ ਦੇ ਮਾਤਹਤੀ ਲੈ ਕੇ ਫੁਰਰ ਹੋ ਗਏ। ਇਹ ਉਹੀ ਨਿਜ਼ਾਮ ਸਾਹਿਬ ਨੇ ਜਿਨ੍ਹਾਂ ਦੀ ਬੀਵੀ ਗੀਤਾ ਨਿਜ਼ਾਮੀ ਦੇ ਨਾਂ ਨਾਲ ਮਸ਼ਹੂਰ ਹੋਈ ਅਤੇ ਜਿਹਨੇ ਨਿਜ਼ਾਮੀ ਸਾਹਿਬ ਨੂੰ ਲੱਤ ਮਾਰ ਕੇ ਇੱਕ ਤੋਂ ਬਾਅਦ ਇੱਕ ਕਈ ਵਿਆਹ ਕੀਤੇ। ਅਦਾਲਤਾਂ 'ਚ ਜਿਹਦੇ ਕਈ ਮੁਕੱਦਮੇ ਚੱਲੇ ਅਤੇ ਜੋ ਹੁਣ ਇੱਕ ਨਵੀਂ ਖੂਬਸੂਰਤ ਲੜਕੀ ਦੇ ਨਾਲ ਮਿਲ ਕੇ ਡਾਂਸ ਪਾਰਟੀ ਬਣਾ ਕੇ ਸ਼ਹਿਰੋ ਸ਼ਹਿਰ ਪਾਕਿਸਤਾਨ ਦਾ ਪ੍ਰਚਾਰ ਕਰ ਰਹੀ ਹੈ। ਨਿਜ਼ਾਮੀ ਸਾਹਿਬ ਨਾਲ ਮੇਰੀਆਂ ਮੁਲਾਕਾਤਾਂ ਸਿਰਫ ਖਤਾਂ ਤੱਕ ਹੀ ਮਹਿਦੂਦ ਸਨ ਅਤੇ ਉਹ ਵੀ ਜੋ ਬੜੇ ਰਸਮੀ ਸਨ। ਮੈਂ ਉਹਨਾਂ ਨੂੰ ਪਹਿਲੀ ਵਾਰ ਉਹਨਾਂ ਦੇ ਫਲੈਟ ਵਿੱਚ ਹੀ ਵੇਖਿਆ ਅਤੇ ਮੈਂ ਜੇ ਉਹ ਮੁਲਾਕਾਤ ਨੂੰ ਬਿਆਨ ਕਰਾਂ ਤਾਂ ਮੇਰਾ ਖਿਆਲ ਹੈ 10-15 ਸਫ਼ੇ ਉਹਦੀ ਨਜ਼ਰ ਹੋ ਜਾਣਗੇ। ਇਸ ਲਈ ਮੈਂ ਇਖਤਿਆਰ ਤੋਂ ਕੰਮ ਲਵਾਂਗਾ। ਨਿਜ਼ਾਮੀ ਸਾਹਿਬ ਜੋ ਕਿ ਧੋਤੀ ਬਨੈਣ ਪਾਈ ਸਨ ਮੈਨੂੰ ਬੜੇ ਤਪਾਕ ਨਾਲ ਮਿਲੇ। ਉਹਨਾਂ ਨੇ ਮੇਰੇ ਆਉਣ ਦਾ ਮਕਸਦ ਪੁੱਛਿਆ ਜੋ ਮੈਂ ਅਰਜ਼ ਕਰ ਦਿੱਤਾ। ਉਹਨਾਂ ਨੇ ਕਿਹਾ ਸਮੀਨਾ ਖਾਤੂਨ ਹੁਣੇ ਤੁਹਾਡੇ ਕਦਮਾਂ 'ਚ ਹਾਜ਼ਰ ਹੋ ਜਾਏਗੀ। ਉਹਨਾਂ ਦਾ ਇੱਕ ਮਰੀਅਲ ਕਿਸਮ ਦਾ ਹਿੰਦੂ ਮੈਨੇਜਰ ਸੀ। ਉਹਨੂੰ ਹੁਕਮ ਦਿੱਤਾ ਗਿਆ ਮੰਟੋ ਸਾਹਿਬ ਦੇ ਲਈ ਫੌਰਨ ਸਮੀਨਾ ਖਾਤੂਨ ਨੂੰ ਹਾਜ਼ਰ ਕਰੋ। ਇਹ ਹੁਕਮ ਦੇਣ ਤੋਂ ਬਾਅਦ ਉਹ ਮੇਰੇ ਵੱਲ ਮੁੜੇ ਅਤੇ ਉਹਨਾਂ ਨੇ ਕਿਹਾ ਕਿ ਉਹ ਮੇਰੇ ਪ੍ਰਤੀ ਹਰ ਖਿਦਮਤ ਦੇ ਲਈ ਹਾਜ਼ਰ ਨੇ। ਉਹਨਾਂ ਨੇ ਜ਼ਬਾਨੀ ਤੌਰ 'ਤੇ ਮੇਰੇ ਲਈ ਇੱਕ ਸ਼ਾਨਦਾਰ ਫਲੈਟ, ਬਿਹਤਰੀਨ ਫਰਨੀਚਰ ਅਤੇ ਇੱਕ ਕਾਰ ਦਾ ਬੰਦੋਬਸਤ ਕਰ ਦਿੱਤਾ। ਜ਼ਾਹਿਰ ਹੈ ਕਿ ਮੈਂ ਬਹੁਤ ਖੁਸ਼ ਹੋਇਆ। ਮੈਨੂੰ ਮੁਨਾਸਬ ਅਤੇ ਢੁਕਵੇਂ ਅਲਫਾਜ਼ 'ਚ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਜਿਹਦੀ ਉਹਨਾਂ ਨੂੰ ਬਿਲਕੁਲ ਜ਼ਰੂਰਤ ਨਹੀਂ ਸੀ, ਇਸ ਲਈ ਕਿ ਉਹ ਮੇਰੇ ਅਫਸਾਨਿਆਂ ਦੇ ਪ੍ਰਸ਼ੰਸਕ ਸਨ। ਮੈਨੂੰ ਇਹ ਕਹਿਣ ਦੀ ਜ਼ਰੂਰਤ ਨਹੀਂ ਕਿ ਨਿਜ਼ਾਮੀ ਸਾਹਿਬ ਜ਼ੁਬਾਨੀ ਜਮ੍ਹਾਂ ਖਰਚ ਦੇ ਬਾਦਸ਼ਾਹ ਹਨ। ਨਿਜ਼ਾਮੀ ਕੁਝ ਵੀ ਹੋਵੇ ਲੋਕੀ ਉਹਨੂੰ ਦਲਾਲ ਕਹਿੰਦੇ ਹਨ, ਕੰਜਰ ਕਹਿੰਦੇ ਹਨ। ਕੁਝ ਵੀ ਹੋਵੇ ਮੈਨੂੰ ਉਹਦਾ ਭੂਗੋਲਿਕ ਗਿਆਨ ਪਤਾ ਨਹੀਂ, ਪਰ ਮੇਰਾ ਮੁਤਾਲਾ ਇਹ ਕਹਿੰਦਾ ਹੈ ਕਿ ਉਹ ਇੱਕ ਸੰਘਰਸ਼ੀਲ ਇਨਸਾਨ ਹੈ। ਉਹ ਆਪਣੀ ਕਲਾ 'ਚ ਪੂਰੀ ਮੁਹਾਰਤ ਰੱਖਦਾ ਹੈ। ਮੈਂ ਉਸ ਦਿਨ ਯਾਨੀ ਪਹਿਲੀ ਮੁਲਾਕਾਤ ਦੇ ਦਿਨ ਵੇਖਿਆ ਕਿ ਮੁਮਤਾਜ਼ ਸ਼ਾਂਤੀ ਅਤੇ ਉਹਦਾ ਇੰਨਾ ਰੋਹਬ-ਦਾਬ ਸੀ ਕਿ ਜੋ ਕਿਸੇ ਬਾਪ ਦਾ ਵੀ ਨਹੀਂ ਹੋ ਸਕਦਾ ਅਤੇ ਵਲੀ ਸਾਹਿਬ ਉਹਦੇ ਸਾਹਮਣੇ ਇੰਝ ਝੁਕਦੇ ਸਨ ਜਿਵੇਂ ਕੋਈ ਸਾਈਸ। ਉਹ ਉਸ ਘਰ ਦਾ ਬਾਦਸ਼ਾਹ ਸੀ ਜਿਹਨੂੰ ਸਭ ਖਿਰਾਜ਼ ਅਦਾ ਕਰਦੇ ਸਨ। ਉਹਦਾ ਕੰਮ ਸਿਰਫ ਪ੍ਰੋਡਿਊਸਰਾਂ ਨੂੰ ਖਾਣੇ ਅਤੇ ਸ਼ਰਾਬ ਦੀਆਂ ਦਾਵਤਾਂ ਦੇਣਾ ਸੀ, ਬਲੈਕ ਮਾਰਕੀਟ 'ਚੋਂ ਪੈਟਰੋਲ ਖਰੀਦਣਾ ਸੀ ਅਤੇ ਮੁਮਤਾਜ਼ ਸ਼ਾਂਤੀ ਨੂੰ ਕਾਮਯਾਬ ਹੋਣ ਦੇ ਗੁਰ ਦੱਸਣੇ ਸਨ। ਇਸੇ ਸਿਲਸਿਲੇ 'ਚੋਂ ਕਹਿੰਦੇ ਵੇਖ ਜੇ ਤੂੰ ਇੰਝ ਮੁਸਕਰਾਏਂਗੀ ਤਾਂ ਫਲਾਣੇ ਪ੍ਰੋਡਿਊਸਰ ਤੋਂ ਕਾਨਟਰੈਕਟ ਦਿਵਾਉਣ ਦਾ ਜ਼ਿੰਮਾ ਮੈਂ ਲੈਣਾ। ਜੇਕਰ ਫਲਾਣੇ ਸੇਠ ਨਾਲ ਹੱਥ ਇੰਝ ਮਿਲਾਏਂਗੀ ਤਾਂ ਇਹਦਾ ਮਤਲਬ ਹੈ 10,000 ਰੁਪਏ ਇਸੇ ਰਾਤ ਸਾਡੀ ਜੇਬ 'ਚ ਹੋਣਗੇ। ਮੈਂ ਉੱਥੇ ਬੈਠਿਆ ਸਾਂ ਅਤੇ ਹੈਰਾਨ ਹੋ ਰਿਹਾ ਸਾਂ ਕਿ ਮੈਂ ਇਹ ਕਿਹੜੀ ਦੁਨੀਆ 'ਚ ਆ ਨਿਕਲਿਆ। ਉੱਥੇ ਹਰ ਚੀਜ਼ ਬਨੌਟੀ ਸੀ। ਨਿਜ਼ਾਮੀ ਸਾਹਿਬ ਦੇ ਹੁਕਮ 'ਤੇ ਵਲੀ ਸਾਹਿਬ ਉਹਦੇ ਸਲੀਪਰ ਚੁੱਕ ਕੇ ਲਿਆਏ ਅਤੇ ਉਹਨਾਂ ਦੇ ਕਦਮਾਂ 'ਤੇ ਰੱਖ ਦਿੱਤੇ। ਇਸ ਵਿੱਚ ਬਨਾਵਟ ਸੀ, ਖੁਦਾ ਦੀ ਕਸਮ ਪੂਰੀ ਤਰ੍ਹਾਂ ਬਨਾਵਟ ਸੀ। ਅਤੇ ਮੁਮਤਾਜ਼ ਸ਼ਾਂਤੀ ਦੂਸਰੇ ਕਮਰੇ 'ਚ ਨਿਹਾਇਤ ਮਾਮੂਲੀ ਲਿਬਾਸ 'ਚ ਖਿੜਕੀ ਦੇ ਪਰਦਿਆਂ ਲਈ ਕਿੱਲ ਠੋਕ ਰਹੀ ਸੀ ਅਤੇ ਨਿਜ਼ਾਮੀ ਮੈਨੂੰ ਕਹਿ ਰਿਹਾ ਸੀ ਮੰਟੋ ਸਾਹਿਬ ਇਹ ਬੱਚੀ ਨਿਹਾਇਤ ਸਾਦਾ ਹੈ। ਫਿਲਮੀ ਲਾਈਨ 'ਚ ਰਹਿ ਕੇ ਵੀ ਇਹਨੂੰ ਆਸ-ਪਾਸ ਦੀ ਦੁਨੀਆ ਦਾ ਕੁਛ ਇਲਮ ਨਹੀਂ। ਮਰਦਾਂ ਵੱਲ ਤਾਂ ਇਹ ਨਿਗਾਹ ਚੁੱਕ ਕੇ ਵੀ ਨਹੀਂ ਵੇਖਦੀ ਅਤੇ ਸਭ ਮੇਰੀ ਤਰਬੀਅਤ ਦਾ ਨਤੀਜਾ ਹੈ। ਮੇਰਾ ਦਿਲ ਕਹਿ ਰਿਹਾ ਸੀ ਕਿ ਇਹ ਸਭ ਫਰਾਡ ਹੈ, ਇਹ ਸਭ ਜਾਲ ਹੈ, ਪਰ ਮੈਨੂੰ ਨਿਜ਼ਾਮੀ ਸਾਹਿਬ ਦੀ ਉਹਦੇ ਮੂੰਹ 'ਤੇ ਤਾਰੀਫ ਕਰਨੀ ਪਈ। ਪਰ ਗੱਲ ਨੂਰ ਜਹਾਂ ਦੀ ਹੋ ਰਹੀ ਸੀ। ਮੁਮਤਾਜ਼ ਸ਼ਾਂਤੀ ਨੂੰ ਸਿੱਧੇ ਰਸਤੇ 'ਤੇ ਲਾਉਣ ਦਾ ਅਤੇ ਉਹਨੂੰ ਨੇਕ ਤਰਬੀਅਤ ਦੇਣ ਦੇ ਮੁਤਲਕ ਗੱਲਾਂ ਕਰਦੇ ਨਿਜ਼ਾਮੀ ਸਾਹਿਬ ਨੇ ਨੂਰ ਜਹਾਂ ਦਾ ਜ਼ਿਕਰ ਕੀਤਾ ਅਤੇ ਮੈਨੂੰ ਦੱਸਿਆ ਕਿ ਇਨ੍ਹੀਂ ਦਿਨੀਂ ਉਹ ਵੀ ਉਹਨਾਂ ਦੇ ਜ਼ੇਰੇ ਸਾਇਆ ਹੈ ਅਤੇ ਮੁਮਤਾਜ਼ ਸ਼ਾਂਤੀ ਦੀ ਤਰ੍ਹਾਂ ਤਰਬੀਅਤ ਹਾਸਲ ਕਰ ਰਹੀ ਹੈ। ਉਹਨਾਂ ਨੇ ਕਿਹਾ ਮੰਟੋ ਸਾਹਿਬ ਜੇਕਰ ਇਹ ਲੜਕੀ ਜ਼ਿਆਦਾ ਦੇਰ ਲਾਹੌਰ 'ਚ ਰਹਿੰਦੀ ਆ ਤਾਂ ਇਹਦਾ ਬੇੜਾ ਗਰਕ ਹੋ ਜਾਂਦਾ। ਮੈਂ ਇਹਨੂੰ ਇੱਥੇ ਆਪਣੇ ਕੋਲ ਬੁਲਾ ਲਿਆ ਅਤੇ ਸਮਝਾਇਆ ਵੇਖੋ ਬੇਟਾ ਸਿਰਫ ਫਿਲਮ ਸਟਾਰ ਬਣਨ ਲਈ ਕੁਛ ਨਹੀਂ ਹੋਏਗਾ, ਕੋਈ ਸਹਾਰਾ ਵੀ ਹੋਣਾ ਚਾਹੀਦਾ ਹੈ। ਅਵਲ ਤਾਂ ਸ਼ੁਰੂ 'ਚ ਇਸ਼ਕ ਲੜਾਉਣ ਦੀ ਕੋਈ ਜ਼ਰੂਰਤ ਨਹੀਂ, ਬਸ ਇੱਧਰੋਂ ਉੱਧਰੋਂ ਦੋਵਾਂ ਪਾਸਿਆਂ ਤੋਂ ਰੱਜ ਕੇ ਕਮਾਓ ਅਤੇ ਜਦੋਂ ਬੈਂਕ 'ਚ ਤੁਹਾਡਾ ਕਾਫੀ ਪੈਸਾ ਜਮ੍ਹਾਂ ਹੋ ਜਾਏ ਤਾਂ ਕਿਸੇ ਅਜਿਹੇ ਬੰਦੇ ਨਾਲ ਵਿਆਹ ਕਰਾ ਲਓ ਜੋ ਸਾਰੀ ਉਮਰ ਤੇਰਾ ਗੁਲਾਮ ਬਣ ਕੇ ਰਹੇ। ਤੁਹਾਡਾ ਕੀ ਖਿਆਲ ਹੈ ਮੰਟੋ ਸਾਹਿਬ? ਤੁਸੀਂ ਤਾਂ ਬੜੇ ਸਿਆਣੇ ਹੋ। ਮੈਂ ਕੀ ਜਵਾਬ ਦਿੰਦਾ ਕਿ ਮੇਰੀ ਸਾਰੀ ਸਿਆਣਪ ਤਾਂ ਨਿਜ਼ਾਮ ਸਾਹਿਬ ਦੇ ਫਲੈਟ 'ਚ ਦਾਖਲ ਹੁੰਦਿਆਂ ਹੀ ਥੱਲੇ ਫੁੱਟਪਾਥ 'ਤੇ ਰਿੜ੍ਹ ਗਈ ਸੀ। ਮੈਂ ਬਸ ਇੰਨਾ ਕਹਿ ਦਿੱਤਾ ਕਿ ਤੁਸੀਂ ਜੋ ਕਰ ਰਹੇ ਹੋ ਹਿੱਤ ਦੇ ਖਿਲਾਫ ਕਿਵੇਂ ਹੋ ਸਕਦਾ ਹੈ। ਉਹ ਬੜੇ ਖੁਸ਼ ਹੋਏ। ਸੋ ਉਹਨਾਂ ਨੇ ਆਵਾਜ਼ ਮਾਰ ਕੇ ਨੂਰ ਜਹਾਂ ਨੂੰ ਸੱਦਿਆ, ਪਰ ਉਸੇ ਵਕਤ ਟੈਲੀਫੋਨ ਦੀ ਘੰਟੀ ਵੱਜੀ ਅਤੇ ਕੁਝ ਪਲਾਂ ਬਾਅਦ ਨੂਰ ਜਹਾਂ ਦੀ ਆਵਾਜ਼ ਕਿਸੇ ਕਮਰੇ 'ਚ ਆਈ, ਹੁਣੇ ਆਉਂਦੀ ਹਾਂ, ਕਮਾਲ ਸਾਹਿਬ ਦਾ ਫੋਨ ਆਇਆ। ਨਿਜ਼ਾਮੀ ਸਾਹਿਬ ਜ਼ਰਾ ਮੁਸਕਰਾਏ। ਉਹ ਕਮਾਲ ਸੈਦਰ ਕਮਾਲ ਹੈਦਰ ਅਮਰੋਈ ਸਨ।
ਪੁਕਾਰ ਦੇ ਸਿਰਜਕ। ਨਿਜ਼ਾਮ ਸਾਹਿਬ ਮੇਰੇ ਵੱਲ ਮੁਖਾਤਬ ਹੋ ਕੇ ਬੋਲੇ, ਮੈਂ ਅਰਜ਼ ਕਰ ਰਿਹਾ ਸਾਂ ਕਿ ਸਹਾਰਾ ਹੋਣਾ ਚਾਹੀਦਾ ਹੈ। ਨੂਰ ਜਹਾਂ ਦੇ ਲਈ ਕਮਾਲ ਅਮਰੋਹੀ ਤੋਂ ਬਿਹਤਰ ਸਹਾਰਾ ਹੋਰ ਕੌਣ ਹੋ ਸਕਦਾ ਹੈ? ਪਰ ਮੈਂ ਨੂਰ ਜਹਾਂ ਨੂੰ ਸਾਫ਼-ਸਾਫ਼ ਕਹਿ ਚੁੱਕਿਆ ਵੀ ਵਿਆਹ ਵਗੈਰਾ ਦਾ ਮਾਮਲਾ ਬਹੁਤ ਗਲਤ ਹੈ। ਬਸ ਉਹ ਆਪਣਾ ਉੱਲੂ ਸਿੱਧਾ ਕਰੀ ਜਾਵੇ। ਕਮਾਲ ਕਮਾ ਸਕਦਾ ਹੈ। ਉਹਦੀ ਅੱਧੀ ਕਮਾਈ ਜੇਕਰ ਨੂਰ ਜਹਾਂ ਨੂੰ ਮਿਲ ਜਾਇਆ ਕਰੇ ਤਾਂ ਕੀ ਹਰਜ਼ ਹੈ? ਅਸਲ 'ਚ ਮੰਟੋ ਸਾਹਿਬ, ਇਹਨਾਂ ਐਕਟਰਸਾਂ ਨੂੰ ਰੁਪਇਆ ਕਮਾਉਣ ਦੇ ਗੁਰ ਆਉਣੇ ਚਾਹੀਦੇ ਨੇ। ਮੈਂ ਮੁਸਕਰਾ ਕੇ ਕਿਹਾ, ਤੁਸੀਂ ਗੁਰੂ ਜੋ ਮੌਜੂਦ ਹੋ। ਨਿਜ਼ਾਮੀ ਖੁਸ਼ ਹੋ ਗਿਆ ਅਤੇ ਉਹਨੇ ਮੈਨੂੰ ਫੌਰਨ ਇੱਕ ਫਸਟ ਕਲਾਸ ਲੈਮਨ ਸਕੁਐਸ਼ ਪਿਆਇਆ ਅਤੇ ਉੱਥੇ ਨਿਜ਼ਾਮੀ ਸਾਹਿਬ ਦੇ ਫਲੈਟ 'ਤੇ ਨੂਰ ਜਹਾਂ ਦੀ ਸਾਇੰਟੀਫਿਕ ਤਰੀਕੇ ਨਾਲ ਤਰਬੀਅਤ ਹੋ ਰਹੀ ਸੀ। ਉਹਨੂੰ ਸਾਰੇ ਚਲਿੱਤਰ ਨਿਜ਼ਾਮੀ ਸਾਹਿਬ ਦੀ ਨਿਗਰਾਨੀ ਹੇਠ ਸਿਖਾਏ ਜਾ ਰਹੇ ਸੀ। ਮੇਰੀ ਨੂਰ ਜਹਾਂ ਨਾਲ ਸਰਸਰੀ ਮੁਲਾਕਾਤ ਹੋਈ ਅਤੇ ਮੇਰਾ ਰੱਦੇ ਅਮਲ ਇਹ ਸੀ ਕਿ ਇਹ ਕੁੜੀ ਜੋ ਆਪਣੀ ਜਵਾਨੀ ਦੀਆਂ ਮੰਜ਼ਿਲਾਂ ਛੋਹਲੀਆਂ ਪੈੜਾਂ ਨਾਲ ਤੈਅ ਕਰ ਰਹੀ ਹੈ, ਜਿਹਦੇ ਬੁੱਲ੍ਹਾਂ 'ਤੇ ਮੁਸਕਰਾਹਟ ਅਤੇ ਹਾਸਾ ਕਾਰੋਬਾਰੀ ਰੰਗ ਇਖਤਿਆਰ ਕਰ ਰਿਹਾ ਹੈ ਅਤੇ ਜੋ ਤਰੱਕੀ ਵੱਲ ਮਾਈਲ ਹੈ, ਆਪਣੇ ਉਸਤਾਦ ਦੀ ਬਿਹਤਰੀਨ ਸ਼ਾਗਿਰਦ ਸਾਬਤ ਹੋਏਗੀ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਨਿਜ਼ਾਮੀ ਦੀ ਦਰਅਸਲ ਇਹ ਖੁਆਇਸ਼ ਸੀ ਕਿ ਜਿਵੇਂ ਮੁਮਤਾਜ਼ ਸ਼ਾਂਤੀ ਉਹਦੇ ਕਬਜ਼ੇ 'ਚ ਹੈ, ਉਹਦਾ ਰੂਪ-ਦਾਬ ਤਸਲੀਮ ਕਰਦੀ ਹੈ, ਉਸੇ ਤਰ੍ਹਾਂ ਬੁੱਢੀ ਨਾਇਕਾ ਵਾਂਗ ਉਹ ਨੂਰ ਜਹਾਂ ਨੂੰ ਵੀ ਆਪਣੀ ਪ੍ਰੇਮਿਕਾ ਬਣਾ ਲਵੇ। ਮੁਮਤਾਜ਼ ਸ਼ਾਂਤੀ ਦੀ ਸਾਰੀ ਆਮਦਨੀ ਨਿਜ਼ਾਮੀ ਦੀ ਤਹਵੀਲ 'ਚ ਰਹਿੰਦੀ ਸੀ। ਜ਼ਾਹਰ ਹੈ ਕਿ ਮੁਮਤਾਜ਼ ਸ਼ਾਂਤੀ ਦੇ ਮੁਕਾਬਲੇ 'ਚ ਨੂਰ ਜਹਾਂ ਦੀ ਕਦਰ ਕੀਮਤ ਬਹੁਤ ਜ਼ਿਆਦਾ ਸੀ ਅਤੇ ਨਿਜ਼ਾਮੀ ਦਾ ਹੁਸ਼ਿਆਰ ਦਿਮਾਗ ਚੰਗੀ ਤਰ੍ਹਾਂ ਜਾਣਦਾ ਸੀ ਕਿ ਨੂਰ ਜਹਾਂ ਦਾ ਮੁਸਤਕਬਿਲ ਖੈਰਾਕੁਨ ਹੈ। ਸੋ ਉਹ ਉਹਨੂੰ ਆਪਣੇ ਜਾਲ ਵਿੱਚ ਫਸਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਰਿਹਾ ਸੀ ਅਤੇ ਸੈਯਦ ਸ਼ੌਕਤ ਹੁਸੈਨ ਰਿਜ਼ਵੀ ਬੰਬਈ ਆ ਪਹੁੰਚ ਗਿਆ। ਸੈਯਦ ਸ਼ੌਕਤ ਹੁਸੈਨ ਰਿਜ਼ਵੀ, ਉਹ ਸ਼ੌਕਤ ਰਿਜ਼ਵੀ ਜਿਸ ਨਾਲ ਨੂਰ ਜਹਾਂ ਦਾ ਇਸ਼ਕ ਲਾਹੌਰ ਦੇ ਪੰਚੌਲੀ ਸਟੂਡੀਓ 'ਚ ਲੜ ਚੁੱਕਿਆ ਸੀ। ਮੁਕੱਦਮੇਬਾਜ਼ੀ ਵੀ ਹੋ ਚੁੱਕੀ ਸੀ ਅਤੇ ਬਚਣ ਦੀ ਖਾਤਰ ਨੂਰ ਜਹਾਂ ਨੇ ਅਦਾਲਤ ਵਿੱਚ ਬਿਆਨ ਦਿੱਤਾ ਸੀ ਕਿ ਸ਼ੌਕਤ ਸਾਹਿਬ ਨਾਲ ਉਹਦਾ ਕੋਈ ਨਜਾਇਜ਼ ਤਾਲੁਕਾਤ ਨਹੀਂ ਹੈ ਅਤੇ ਉਹਨਾਂ ਨੂੰ ਭਰਾ ਸਮਝਦੀ ਹੈ। ਨੂਰ ਜਹਾਂ ਦਾ ਉਹ ਅਦਾਲਤੀ ਭਰਾ ਹੁਣ ਬੰਬਈ 'ਚ ਮੌਜੂਦ ਸੀ, ਉਸੇ ਬੰਬਈ 'ਚ ਜਿੱਥੇ ਹਿੰਦੁਸਤਾਨ ਦਾ ਹਾਲੀਵੁੱਡ ਹੈ। ਅਤੇ ਜਦੋਂ ਮੈਂ ਸ਼ੌਕਤ ਨੂੰ ਦੱਸਿਆ ਕਿ ਮੈਂ ਨੂਰ ਜਹਾਂ ਨੂੰ ਮਿਲਿਆ, ਉਸੇ ਵੇਲੇ ਮੈਨੂੰ ਉਹਦੇ ਰੋਮਾਂਸ ਮੁਤੱਲਕ ਕੁਝ ਪਤਾ ਨਹੀਂ ਸੀ ਅਤੇ ਨਾ ਹੀ ਇਹ ਜਾਣਦਾ ਸਾਂ ਕਿ ਦੋਨਾਂ ਦੇ ਤਾਲੁਕਾਤ ਤਣਾਅ ਭਰੇ ਹਨ। ਮੈਂ ਸਿਰਫ ਗੱਲਾਂ-ਗੱਲਾਂ 'ਚ ਹੀ ਸ਼ੌਕਤ ਨੂੰ ਦੱਸਿਆ ਕਿ ਨੂਰ ਜਹਾਂ ਨਾਲ ਮੇਰੀ ਮੁਲਾਕਾਤ ਨਿਜ਼ਾਮੀ ਸਾਹਿਬ ਦੇ ਘਰ 'ਚ ਹੋਈ। ਹਿਰਨ ਮਾਰਕਾ ਸ਼ਰਾਬ ਦਾ ਗਲਾਸ ਜ਼ੋਰ ਦੇਣੀ ਮੇਜ਼ 'ਤੇ ਰੱਖ ਕੇ ਉਹਨੇ ਬੜੀ ਤੁੰਦੀ ਨਾਲ ਕਿਹਾ, ਲਾਨਤ ਭੇਜੋ ਉਸ 'ਤੇ। ਅਤੇ ਮੈਂ ਬਤੌਰ ਮਜ਼ਾਕ ਕਿਹਾ, ਮੈਂ 1000 ਵਾਰ ਇਹਦੇ ਲਈ ਤਿਆਰ ਹਾਂ, ਪਰ ਭਰਾਵਾ ਉਹ ਤਾਂ ਤੇਰੀ ਖਾਨਦਾਨ ਦੀ ਹੀਰੋਇਨ ਰਹਿ ਚੁੱਕੀ ਹੈ। ਸ਼ੌਕਤ ਜ਼ਹੀਨ ਹੈ, ਉਹ ਫੌਰਨ ਸਮਝ ਗਿਆ ਕਿ ਮੈਂ ਲਫ਼ਜ਼ ਖਾਨਦਾਨ ਤਾਂ ਐਵੇਂ ਹੀ ਸੁੱਟਿਆ ਹੈ ਅਤੇ ਮੈਂ ਉਸ ਲਫ਼ਜ਼ ਨੂੰ ਦੋ ਅਰਥੀ ਇਸਤੇਮਾਲ ਕੀਤਾ ਹੈ। ਉਹ ਖਿਸਿਆ ਕੇ ਬੋਲਿਆ, ਮੰਟੋ ਤੂੰ ਬਹੁਤ ਸ਼ੈਤਾਨ ਹੈ। ਗੱਲ ਇਹ ਆ ਵੀ ਮੈਂ ਉਹਦੇ ਮੁਤੱਲਕ ਕੋਈ ਗੱਲ ਨਹੀਂ ਸੁਣਨਾ ਚਾਹੁੰਦਾ। ਮੈਨੂੰ ਪਤਾ ਹੈ ਉਹ ਬੰਬਈ 'ਚ ਸਾਲੀ ਮੇਰੇ ਪਿੱਛੇ ਆਈ ਹੈ, ਪਰ ਮੈਨੂੰ ਹੁਣ ਉਸ ਨਾਲ ਕੋਈ ਸਰੋਕਾਰ ਨਹੀਂ। ਮੈਂ ਕਿਹਾ, ਮੈਂ ਸਮਝ ਰਿਹਾ ਸਾਂ ਵੀ ਤੂੰ ਉਹਦੇ ਮਗਰ ਇੱਥੇ ਆਇਆ। ਅਤੇ ਮੈਂ ਜਦੋਂ ਸ਼ੌਕਤ ਨੂੰ ਦੱਸਿਆ ਕਿ ਨੂਰ ਜਹਾਂ ਨੂੰ ਕਮਾਲ ਅਮਰੋਹੀ ਦਾ ਟੈਲੀਫੋਨ ਆਇਆ ਸੀ ਅਤੇ ਇਹ ਕਿ ਨਿਜ਼ਾਮੀ ਉਹਨਾਂ ਦੋਵਾਂ ਨੂੰ ਕਰੀਬ ਲਿਆਉਣਾ ਚਾਹੁੰਦਾ ਹੈ, ਤਾਂ ਮੈਂ ਮਹਿਸੂਸ ਕੀਤਾ ਕਿ ਸ਼ੌਕਤ ਵਿਖਾਵੇ ਲਈ ਬੇਇਤਨਾਈ ਅਤੇ ਬੇਪਰਵਾਹੀ ਵਰਤ ਰਿਹਾ, ਪਰ ਅੰਦਰੂਨੀ ਤੌਰ 'ਤੇ ਸਖਤ ਬੇਚੈਨ ਹੋ ਗਿਆ। ਉਹਨੇ ਫੌਰਨ ਹੀ ਹਿਰਨ ਮਾਰਕਾ ਵਿਸਕੀ ਦਾ ਇੱਕ ਹੋਰ ਅਧੀਆ ਮਿਰਜ਼ਾ ਮੁਸ਼ੱਰਫ ਤੋਂ ਮੰਗਵਾਇਆ ਅਤੇ ਅਸੀਂ ਦੇਰ ਤੱਕ ਪੀਂਦੇ ਰਹੇ। ਉਨ੍ਹੀਂ ਦਿਨੀਂ ਲੰਬੇ ਸਮੇਂ ਬਾਅਦ ਨੂਰ ਜਹਾਂ ਦਾ ਜ਼ਿਕਰ ਛਿੜ ਜਾਂਦਾ। ਮੈਂ ਸ਼ੌਕਤ ਦੀ ਗੁਫ਼ਤਗੂ ਤੋਂ ਇਹੀ ਨਤੀਜਾ ਕੱਢਿਆ ਕਿ ਉਹ ਹਾਲੀ ਤੀਕਰ ਨੂਰ ਜਹਾਂ ਦੀ ਮੁਹੱਬਤ 'ਚ ਗ੍ਰਿਫਤਾਰ ਹੈ। ਭਰਾ ਵਾਲਾ ਮਾਮਲਾ ਤਾਂ ਮਹਿਜ਼ ਚਾਲ ਦੇ ਤਹਿਤ ਸੀ। ਉਹਨੂੰ ਉਹ ਰਾਤਾਂ ਯਾਦ ਆਉਂਦੀਆਂ ਜਦੋਂ ਨਗਮਿਆਂ ਦੀ ਨੰਨ੍ਹੀ ਮੁੰਨੀ ਸ਼ਹਿਜ਼ਾਦੀ ਉਹਦੇ ਆਗੋਸ਼ 'ਚ ਹੁੰਦੀ ਸੀ, ਜਦੋਂ ਸ਼ਾਇਦ ਦੋਨੇ ਇੱਕ ਦੂਜੇ ਤੋਂ ਜੁਦਾ ਨਾ ਹੋਣ ਦੀਆਂ ਕਸਮਾਂ ਖਾਇਆ ਕਰਦੇ ਸਨ। ਮੈਂ ਇੱਕ ਦਿਨ ਸ਼ੌਕਤ ਨੂੰ ਪੁੱਛ ਹੀ ਲਿਆ, ਵੇਖ ਯਾਰ, ਦੱਸ, ਸੱਚ ਦੱਸ, ਕੀ ਤੈਨੂੰ ਨੂਰ ਜਹਾਂ ਨਾਲ ਮੁਹੱਬਤ ਨਹੀਂ ਹੈ? ਸ਼ੌਕਤ ਨੇ ਜ਼ੋਰ ਦੀ ਆਪਣੀ ਸਿਗਰਟ ਦੀ ਸੁਆਹ ਝਾੜੀ ਅਤੇ ਕਿਸੇ ਤਰ੍ਹਾਂ ਖਿਸਿਆਨੀ ਰੋਕਦਿਆਂ ਕਿਹਾ, ਹੈ ਯਾਰ ਹੈ, ਪਰ ਲਾਨਤ ਭੇਜ ਉਸ 'ਤੇ, ਮੈਂ ਹੌਲੀ-ਹੌਲੀ ਉਹਨੂੰ ਭੁੱਲ ਜਾਊਂਗਾ। ਪਰ ਕੁਦਰਤ ਜ਼ੇਰੇ ਲੱਬ ਮੁਸਕਰਾ ਰਹੀ ਸੀ। ਉਹ ਜੋ ਫੈਸਲਾ ਕਰ ਚੁੱਕੀ ਸੀ ਅਟੱਲ ਸੀ। ਸ਼ੌਕਤ ਦਾ ਕਾਂਟਰੈਕਟ ਵੀ VM ਵਿਆਸ ਨਾਲ ਹੋਇਆ, ਜੋ ਇਸ ਤੋਂ ਪਹਿਲਾਂ ਇੱਕ ਫਿਲਮ ਲਈ ਨੂਰ ਜਹਾਂ ਨਾਲ ਸਮਝੌਤਾ ਕਰ ਚੁੱਕਿਆ ਸੀ। ਹੁਣ ਲੱਗੇ ਹੱਥੀਂ VS ਵਿਆਸ ਦੇ ਮੁਤੱਲਕ ਵੀ ਕੁਝ ਸੁਣ ਲਓ। ਇੱਕ ਲੂੰਬੜ ਕਿਸਮ ਦਾ ਆਦਮੀ ਹੈ। ਸ਼ੁਰੂ 'ਚ ਤਬਲਚੀ ਸੀ,
ਫਿਰ ਕੈਮਰਾ ਕੁਲੀ ਹੋਇਆ, ਹੌਲੀ ਹੌਲੀ ਕੈਮਰਾਮੈਨ ਬਣ ਗਿਆ। ਤਰੱਕੀ ਦੇ ਹੋਰ ਰਾਹ ਤੈਅ ਕੀਤੇ ਤਾਂ ਡਾਇਰੈਕਟਰ ਬਣਨ ਦਾ ਮੌਕਾ ਮਿਲ ਗਿਆ। ਤਰੱਕੀ ਦੇ ਹੋਰ ਰਾਹ ਤੈਅ ਕੀਤੇ ਤਾਂ ਡਾਇਰੈਕਟਰ ਬਣਨ ਦਾ ਮੌਕਾ ਮਿਲ ਗਿਆ। ਉੱਥੋਂ ਛਾਲ ਮਾਰੀ, ਪ੍ਰੋਡਿਊਸਰ ਬਣ ਗਿਆ। ਹੁਣ ਡਾਇਰੈਕਟਰ ਅਤੇ ਪ੍ਰੋਡਿਊਸਰ ਹੈ ਅਤੇ ਲੱਖਾਂ 'ਚ ਖੇਡ ਰਿਹਾ ਹੈ। ਬਹੁਤ ਸੁਕੜਾ ਜਿਹਾ ਇਨਸਾਨ ਹੈ, ਮੇਰੇ ਤੋਂ ਵੀ ਕਿਤੇ ਪਤਲਾ, ਇੰਨਾ ਪਤਲਾ ਕਿ ਉਹਨੂੰ ਕਮੀਜ਼ ਦੇ ਥੱਲੇ ਇੱਕ ਮੋਟੀ ਉੱਨੀ ਬਨੈਣ ਪਾਉਣੀ ਪੈਂਦੀ ਹੈ ਤਾਂ ਕਿ ਉਹਦੀਆਂ ਪਸਲੀਆਂ ਲੋਕਾਂ ਨੂੰ ਨਜ਼ਰ ਨਾ ਆਉਣ। ਪਰ ਬਲਾ ਦਾ ਫੁਰਤੀਲਾ, ਬੜਾ ਮਿਹਨਤੀ ਹੈ। ਉਹਦੇ ਮੁਕਾਬਲੇ ਪਹਿਲਵਾਨ ਥੱਕ ਜਾਣਗੇ ਪਰ ਉਹ ਡਟਿਆ ਰਹੇਗਾ। ਜਿਵੇਂ ਮੁਸ਼ੱਕਤ ਉਸ 'ਤੇ ਕੋਈ ਅਸਰ ਦਿਖਾਈ ਨਹੀਂ ਸਕਦੀ। ਉਹਦੀ ਇੱਕ ਖੂਬੀ ਹੈ, ਉਹ ਆਪਣੇ ਜ਼ਾਤੀ ਸਰਮਾਏ ਨਾਲ ਫਿਲਮ ਨਹੀਂ ਬਣਾਉਂਦਾ। ਉਹ ਇੱਕ ਫਿਲਮ ਤਿਆਰ ਕਰਕੇ ਉਹਨੂੰ ਟਿਕਾਣੇ ਲਾ ਕੇ ਆਪਣੀ ਦੂਜੀ ਫਿਲਮ ਦਾ ਐਲਾਨ ਕਰ ਦਿੰਦਾ ਹੈ। ਉਸ ਵਕਤ ਦੇ ਜਿੰਨੇ ਉੱਚੇ ਸਿਤਾਰੇ ਹੁੰਦੇ ਹੈ ਉਹ ਸਭ ਆਪਣੀ ਕਾਸਟ ਵਿੱਚ ਜਮ੍ਹਾਂ ਕਰ ਲੈਂਦਾ ਹੈ। ਬਸ ਕੋਈ ਨਾ ਕੋਈ ਫਾਈਨੈਂਸਰ ਉਹਦੇ ਬਜਟ 'ਚ ਆ ਜਾਂਦਾ ਹੈ। ਉਹ ਕਾਲੀ ਮਾਤਾ ਦਾ ਨਾਂ ਲੈ ਕੇ ਕੰਮ ਸ਼ੁਰੂ ਕਰ ਦਿੰਦਾ ਹੈ। ਨੂਰ ਜਹਾਂ ਬੰਬਈ 'ਚ ਆਈ ਤਾਂ VM ਵਿਆਸ ਨੂੰ ਪਤਾ ਲੱਗ ਗਿਆ, ਸੋ ਉਹਨੇ ਫੌਰਨ ਨੂਰ ਜਹਾਂ ਨਾਲ ਕੰਟਰੈਕਟ ਕਰ ਲਿਆ। ਇਸ ਲਈ ਉਹ ਜਾਣਦਾ ਸੀ ਕਿ ਖਾਨਦਾਨ ਅਤੇ ਦੂਸਰੀਆਂ ਫਿਲਮਾਂ ਦੀ ਕਾਬਲੇ ਰਸ਼ਕ ਕਾਮਯਾਬੀ ਤੋਂ ਬਾਅਦ ਉਹਦਾ ਨਾਂ ਹੀ ਕਿਸੇ ਫਾਈਨੈਂਸਰ ਨੂੰ ਫਸਾਉਣ ਲਈ ਕਾਫੀ ਹੋਏਗਾ। ਅਤੇ ਜਦੋਂ ਉਹਨੂੰ ਪਤਾ ਲੱਗਾ ਕਿ ਖਾਨਦਾਨ ਦਾ ਡਾਇਰੈਕਟਰ ਵੀ ਬੰਬਈ 'ਚ ਮੌਜੂਦ ਹੈ ਤਾਂ ਉਹਦੀਆਂ ਬਾਛਾਂ ਖਿੜ ਗਈਆਂ। ਉਹਨੇ ਫੌਰਨ ਆਪਣੇ ਕਰਿੰਦੇ ਦੌੜਾਏ ਸ਼ੌਕਤ ਹੁਸੈਨ ਰਿਜ਼ਵੀ ਨਾਲ ਕਈ ਮੁਲਾਕਾਤਾਂ ਕੀਤੀਆਂ ਅਤੇ ਇੱਕ ਫਿਲਮ ਦੇ ਲਈ ਸਮਝੌਤਾ ਕਰ ਲਿਆ। ਫਿਲਮ ਕੀ ਹੋਏਗੀ, ਕਿਵੇਂ ਦੀ ਹੋਏਗੀ, ਕਹਾਣੀ ਕੀ ਹੈ, ਇਹ ਕਿਸੇ ਨੂੰ ਮਾਲੂਮ ਨਹੀਂ ਸੀ। ਪਰ ਸੇਠ VM ਵਿਆਸ ਨੇ ਜਦੋਂ ਕਿਸੇ ਫਾਈਨੈਂਸਰ ਨੂੰ ਨੂਰ ਜਹਾਂ ਅਤੇ ਸ਼ੌਕਤ ਹੁਸੈਨ ਰਿਜ਼ਵੀ ਨਾਲ ਆਪਣੀ ਸਨਰਾਈਜ਼ ਪਿਕਚਰਸ ਦੇ ਕੰਟਰੈਕਟ ਦਿਖਾਏ ਤਾਂ ਉਹਦਾ ਲੋੜੀਂਦਾ ਸਰਮਾਇਆ ਬਗੈਰ ਕਿਸੇ ਮੁਸ਼ਕਲ ਦੇ ਫੌਰਨ ਮਿਲ ਗਿਆ। ਕੁਦਰਤ ਵੀ ਅਜੀਬ ਖੇਡਾਂ ਖੇਡਦੀ ਹੈ। ਨਾ ਸ਼ੌਕਤ ਨੂੰ ਪਤਾ ਸੀ ਕਿ ਨੂਰ ਜਹਾਂ ਸਨਰਾਈਜ਼ ਪਿਕਚਰ 'ਚ ਆ ਚੁੱਕੀ ਹੈ ਅਤੇ ਨਾ ਨੂਰ ਜਹਾਂ ਨੂੰ ਪਤਾ ਸੀ ਕਿ ਉਹਦਾ ਅਦਾਲਤੀ ਭਰਾ ਸ਼ੌਕਤ ਉਹਦਾ ਹਮਰਾਹੀ ਹੈ। ਬਸ ਬਹੁਤ ਲੰਮੀ ਦਾਸਤਾਨ ਹੈ ਅਤੇ ਮੈਂ ਉਹਨੂੰ ਮੁਕਤਸਰ ਕਰਨਾ ਚਾਹੁੰਦਾ। ਇੱਕ ਦਿਨ ਇਸ ਰਾਜ਼ ਤੋਂ ਪਰਦਾ ਚੁੱਕਿਆ ਗਿਆ। ਨਿਜ਼ਾਮੀ ਬੜਾ ਘਬਰਾਇਆ, ਕਿਤੇ ਇੰਜ ਨਾ ਹੋਏ ਉਹਦੀ ਬਣੀ ਬਣਾਈ ਖੇਡ ਵਿਗੜ ਜਾਏ। ਜੋ ਫਿਲਮ ਸ਼ੌਕਤ ਨੇ ਡਾਇਰੈਕਟ ਕਰਨੀ ਸੀ ਉਹਦੀ ਹੀਰੋਇਨ ਨੂਰ ਜਹਾਂ ਸੀ ਅਤੇ ਉਹਨਾਂ ਦੋਨਾਂ ਦਾ ਪੁਨਰ ਮਿਲਣ ਨਿਜ਼ਾਮੀ ਲਈ ਬੜਾ ਤਕਲੀਫਦੇਹ ਸਾਬਤ ਹੋ ਸਕਦਾ ਸੀ। ਸੋ ਨੂਰ ਜਹਾਂ ਦੇ ਵਲੀ ਦੀ ਹਸੀਅਤ ਨਾਲ ਨਿਜ਼ਾਮੀ ਨੇ ਸੇਠ ਵਿਆਸ ਨੂੰ ਕਿਹਾ ਕਿ ਉਹ ਹਰਗਿਜ਼ ਇਸ ਕਿਸਮ ਦਾ ਸਿਲਸਿਲਾ ਬਰਦਾਸ਼ਤ ਨਹੀਂ ਕਰੇਗਾ। ਪਰ ਸੇਠ ਵਿਆਸ ਉਹ ਤੋਂ ਵੀ ਜ਼ਿਆਦਾ ਚਲਾਕ ਨਿਕਲਿਆ। ਉਹਨੇ ਆਪਣੀ ਗੁਜਰਾਤੀ ਹਿਕਮਤ ਅਮਲੀ ਨਾਲ, ਜੋ ਪੰਜਾਬੀ ਹਿਕਮਤ ਅਮਲੀ ਦੇ ਮੁਕਾਬਲੇ 'ਚ ਬੜੀ ਡੂੰਘੀ ਅਤੇ ਤਾਕਤਵਰ ਕਿਸਮ ਦੀ ਹੁੰਦੀ ਹੈ, ਨਿਜ਼ਾਮੀ ਨੂੰ ਹਮਵਾਰ ਕਰ ਦਿੱਤਾ। ਨਿਜ਼ਾਮ ਰਾਜ਼ੀ ਹੋ ਗਿਆ ਕਿ ਨੂਰ ਜਹਾਂ ਹਰ ਹਾਲ 'ਚ ਸ਼ੌਕਤ ਦੀ ਡਾਇਰੈਕਸ਼ਨ 'ਚ ਕੰਮ ਕਰੇਗੀ, ਭਾਵੇਂ ਦੁਨੀਆ ਇੱਧਰ ਦੀ ਉੱਧਰ ਹੋ ਜਾਏ। ਸੋ ਉਸੇ ਦਫ਼ਤਰ 'ਚ ਦੋਵਾਂ ਨੇ ਇੱਕ ਦੂਸਰੇ ਨੂੰ ਜੱਫੀਆਂ ਪਾਈਆਂ, ਹੱਥ ਮਿਲਾਇਆ ਅਤੇ ਇੱਕ ਦੂਜੇ ਦੇ ਭਰਾ ਬਣ ਗਏ। ਹੁਣ ਦੋਨੋਂ ਆਪੋ ਆਪਣੀ ਥਾਂ 'ਤੇ ਖੁਸ਼ ਸਨ। ਸੇਠ ਵਿਆਸ ਇਸ ਲਈ ਕਿ ਉਹਨੇ ਆਪਣਾ ਉੱਲੂ ਸਿੱਧਾ ਕਰ ਲਿਆ ਸੀ ਅਤੇ ਨਿਜ਼ਾਮੀ ਇਸ ਲਈ ਕਿ ਉਹਨੇ ਇੱਕ ਫਿਲਮੀ ਸੇਠ ਦੀ ਕਿਰਪਾ ਹਾਸਲ ਕਰ ਲਈ ਸੀ ਅਤੇ ਉਹਨੂੰ ਜ਼ੇਰੇ ਅਹਿਸਾਨ ਕਰ ਲਿਆ ਸੀ। ਸੇਠ ਵਿਆਸ ਕੱਟੜ ਕਿਸਮ ਦਾ ਵੈਸ਼ਨਵ ਸੀ, ਵਰਨਾ ਨਿਜ਼ਾਮੀ ਉਹਨੂੰ ਉਸੇ ਰਾਤ ਘਰ ਸੱਦ ਕੇ ਮੁਮਤਾਜ਼ ਸ਼ਾਂਤੀ ਦੇ ਹੱਥੀਂ ਬਣੇ ਮੁਰਗ ਅਤੇ ਪੁਲਾਰ ਨਾਲ ਆਪਣੀ ਦੋਸਤੀ ਜ਼ਰੂਰ ਪੱਕੀ ਕਰ ਲੈਂਦਾ। ਅਤੇ ਜੇ ਸੇਠ ਬੋਤਲ ਦਾ ਰਸੀਆ ਹੁੰਦਾ ਤਾਂ ਨਿਜ਼ਾਮੀ ਆਪਣੇ ਮਰੀਅਲ ਮੈਨੇਜਰ ਦੇ ਜ਼ਰੀਏ ਇੱਕ ਅੱਧੀ ਸਕਾਚ ਬਲੈਕ ਮਾਰਕੀਟ 'ਚੋਂ ਜ਼ਰੂਰ ਮੰਗਵਾਉਂਦਾ। ਖੈਰ ਗੱਲ ਪੱਕੀ ਹੋ ਗਈ ਕਿਉਂਕਿ ਨਿਜ਼ਾਮੀ ਛਾਤੀ 'ਤੇ ਹੱਥ ਰੱਖ ਕੇ ਸੇਠ ਨੂੰ ਕਹਿ ਚੁੱਕਿਆ ਸੀ, ਸੇਠ ਹੁਣ ਤੂੰ ਮੈਨੂੰ ਭਰਾ ਕਹਿ ਦਿੱਤਾ, ਮੈਂ ਤੈਨੂੰ ਵਚਨ ਦਿੰਦਾ ਵੀ ਮੀਂਹ ਜਾਏ ਹਨੇਰੀ ਕੁਝ ਵੀ ਹੋ ਜਾਏ ਤੇਰੀ ਸ਼ੂਟਿੰਗ ਹੋਏਗੀ ਅਤੇ ਬੇਬੀ ਨੂਰ ਜਹਾਂ ਵਕਤ 'ਤੇ ਅੱਪੜ ਜਾਊਗੀ। ਹੁਣ ਇੱਕ ਲਤੀਫਾ ਸੁਣੋ, ਗੱਲ ਪੱਕੀ ਹੋ ਗਈ। ਮੇਰੀ ਵੀ ਸੇਠ ਵਿਆਸ ਨਾਲ ਇੱਕ ਕਹਾਣੀ ਦੇ ਲਈ ਕੰਟਰੈਕਟ ਹੋ ਗਿਆ। ਐਡਵਾਂਸ ਵੀ ਮਿਲ ਚੁੱਕਿਆ ਸੀ। ਇਸ ਲਈ ਨਾਸਿਕ ਦੀ ਹਿਰਨ ਮਾਰਕਾ ਵਿਸਕੀ ਬਹੁਤਾਤ ਸੀ। ਮੈਂ ਅਤੇ ਸ਼ੌਕਤ ਕਿਉਂਕਿ ਕਹਾਣੀ ਦਾ ਮੌਜੂ ਤਲਾਸ਼ ਕਰਨ 'ਚ ਮਸਰੂਫ ਸੀ, ਇਸ ਲਈ ਦੌਰ 'ਤੇ ਦੌਰ ਚੱਲ ਰਹੀ ਸੀ। ਚਾਵਲਾ ਅਤੇ ਸਹਿਗਲ ਜੋ ਹੁਣ ਵੱਡੇ ਡਾਇਰੈਕਟਰ ਬਣ ਚੁੱਕੇ ਸੀ ਅਤੇ ਮਿਰਜ਼ਾ ਮੁਸ਼ੱਰਫ ਸਾਡੀ ਅਰਦਲੀ 'ਚ ਹੁੰਦੇ ਸਨ। ਜ਼ਰਾ ਵਿਸਕੀ ਖਤਮ ਹੋਈ, ਚਾਵਲਾ ਭੱਜੇ ਨਾਗਪਾੜੇ, ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੋਈ ਤਾਂ ਮਿਰਜ਼ਾ ਮੁਸ਼ੱਰਫ ਹਾਜ਼ਰ। ਲਤੀਫੇ ਤੋਂ ਲਤੀਫਾ ਨਿਕਲਦਾ ਹੈ। ਮਿਰਜ਼ਾ ਮੁਸ਼ੱਰਫ ਸਾਡੇ ਨਾਲ ਹੁੰਦੇ ਸਨ। ਅਜੀਬ ਗੱਲ ਇਹ ਸੀ ਕਿ ਤੀਸਰੇ ਪੈਗ ਤੋਂ ਬਾਅਦ ਉਹ ਰੋਣਾ ਸ਼ੁਰੂ ਕਰ ਦਿੰਦੇ। ਲਗਾਤਾਰ ਰੋਂਦੇ ਸੀ ਅਤੇ ਸ਼ੌਕਤ ਦੇ ਹੱਥ ਪੈਰ ਚੁੰਮਦੇ ਸੀ। ਉਹ ਸੰਦੇਹ ਜੋ ਸ਼ੌਕਤ ਦੇ ਦਿਲ 'ਚ ਉਹਨਾਂ ਦੇ ਬਾਰੇ ਕਦੇ ਆਈ ਵੀ ਨਹੀਂ ਸੀ,
ਉਹਨਾਂ ਦਾ ਜ਼ਿਕਰ ਕਰਦੇ ਕਹਿੰਦੇ ਕਿ ਉਹ ਸਭ ਗਲਤ ਹੈ। ਇਸ ਤੋਂ ਬਾਅਦ ਉਹ ਰੋ ਰੋ ਕੇ ਆਪਣੀ ਸੱਜ ਵਿਆਹੀ ਬੀਵੀ ਨੂੰ ਯਾਦ ਕਰਨ ਲੱਗਦੇ, ਫਿਰ ਗਾਉਣਾ ਸ਼ੁਰੂ ਕਰ ਦਿੰਦੇ। ਇਹ ਸਭ ਫਰਾਡ ਯਾਨੀ ਜਾਲ ਸੀ, ਪਰ ਫਿਲਮੀ ਦੁਨੀਆ 'ਚ ਇਹ ਤੋਂ ਇਲਾਵਾ ਹੋਰ ਹੁੰਦਾ ਵੀ ਕੀ ਹੈ। ਹੁਣ ਮੈਂ ਅਸਲ ਲਤੀਫੇ ਵੱਲ ਆਉਣਾ ਕਿ ਉਹ ਇਸ ਮਜ਼ਬੂਨ ਦਾ ਸਭ ਤੋਂ ਦਿਲਚਸਪ ਹਿੱਸਾ ਹੈ। ਸੇਠ ਵਿਆਸ ਆਪਣੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਚੁੱਕਿਆ ਸੀ। ਜੋ ਸੀਨ ਫਿਲਮਾਏ ਜਾ ਰਹੇ ਸਨ ਉਹਨਾਂ 'ਚ ਨੂਰ ਜਹਾਂ ਨਹੀਂ ਸੀ। ਦੂਜੇ ਲਫ਼ਜ਼ਾਂ 'ਚ ਸ਼ੌਕਤ ਤੇ ਨੂਰ ਜਹਾਂ ਦੀ ਸਹੀ ਮਾਅਨੇ 'ਚ ਅਜੇ ਤੱਕ ਮੁਲਾਕਾਤ ਨਹੀਂ ਹੋਈ ਸੀ। ਇੱਕ ਰਾਤ ਨੋਟਿਸ ਬੋਰਡ 'ਤੇ ਐਲਾਨ ਚਿਪਕਾ ਦਿੱਤਾ ਗਿਆ ਕਿ ਨੂਰ ਜਹਾਂ ਸੈੱਟ 'ਤੇ ਆ ਰਹੀ ਹੈ। ਉਹਨੂੰ ਨਿਯਮ ਪੂਰਵਕ ਕੰਪਨੀ ਤਰਫੋਂ ਮੁਤਲਾ ਕਰ ਦਿੱਤਾ ਗਿਆ। ਉਸੇ ਰਾਤ ਮੈਂ ਘੁੰਮਦਾ ਘੁੰਮਦਾ ਸ਼ਿਵਾਜੀ ਪਾਰਕ 'ਚ ਰਫੀਕ ਗਜ਼ਨਵੀ ਦੇ ਕੋਲ ਚਲਾ ਗਿਆ। ਉਹ ਮਸ਼ਹੂਰ ਨਗਮਾ ਸਾਜ਼ ਤੇ ਲੇਖਕ ਦੇ ਕੋਲ, ਜਿਹਦੀ ਮੁਖਤਲਿਫ ਟਾਈਆਂ ਦੀ ਗੰਢਾਂ 'ਚ ਮੁਖਤਲਿਫ ਕਿਸਮ ਦੇ ਰੁਮਾਲ ਬੱਝੇ ਹਨ। ਰਫੀਕ ਗਜ਼ਨਵੀ ਮੇਰਾ ਦੋਸਤ ਹੈ। ਮੇਰੇ ਤੇ ਉਹਦੇ ਬਹੁਤ ਹੀ ਬੇਤਕੱਲਫ ਮਰਾਸਿਮ ਹਨ। ਮੈਂ ਉਹਦੇ ਫਲੈਟ 'ਤੇ ਪਹੁੰਚਿਆ। ਮਹਿਫਿਲ ਜੰਮੀ ਸੀ। ਮੈਂ ਬੇਧੜਕ ਅੰਦਰ ਦਾਖਲ ਹੋ ਗਿਆ। ਕੀ ਵੇਖਦਾ, ਇੱਕ ਸੋਫੇ 'ਤੇ ਉਹਦੀ ਤਾਜ਼ਾ ਤਰੀਨ ਬੀਵੀ ਖੁਰਸ਼ੀਦ ਉਰਫ ਅਨੁਰਾਧਾ ਬੈਠੀ ਹੈ। ਉਹਦੇ ਨਾਲ ਨੂਰ ਜਹਾਂ। ਇੱਕ ਕੁਰਸੀ 'ਤੇ ਨਿਜ਼ਾਮੀ ਜੀ ਬਿਰਾਜਮਾਨ ਹਨ। ਫਰਸ਼ 'ਤੇ ਸਾਡੇ ਰਫੀਕ ਸਾਹਿਬ ਇੰਝ ਬੈਠੇ ਆ ਜਿਵੇਂ ਕਿਸੇ ਸੋਮਨਾਥ 'ਤੇ ਹਮਲੇ ਦੀ ਤਿਆਰੀ ਕਰ ਰਹੇ ਹੋਣ। ਰਫੀਕ ਗਜ਼ਨਵੀ ਮੁਤਲਕ ਮੈਂ ਕੁਝ ਸਤਰਾਂ ਜਾਂ ਕੁਝ ਸਫ਼ਿਆਂ 'ਚ ਕੁਝ ਲਿਖ ਨਹੀਂ ਸਕਦਾ। ਉਹਦਾ ਤਾਂ ਪ੍ਰਬਲ ਕਿਰਦਾਰ ਇੰਨਾ ਵਸੀ ਹੈ ਕਿ ਉਸ 'ਤੇ ਜੇਕਰ ਕੋਈ ਮੋਟੀ ਕਿਤਾਬ ਨਹੀਂ ਤਾਂ ਇੱਕ ਤਵੀਲ ਮਜ਼ਬੂਨ ਜ਼ਰੂਰ ਹੋਣਾ ਚਾਹੀਦਾ ਹੈ। ਮੈਂ ਆਪਣੇ ਪਾਠਕਾਂ ਨਾਲ ਵਾਅਦਾ ਕਰਦਾ ਕਿ ਇਹ ਕਰਜ਼ ਇੱਕ ਨਾ ਇੱਕ ਦਿਨ ਜ਼ਰੂਰ ਚੁਕਾ ਦਾਂਗਾ। ਰਫੀਕ ਮੇਰਾ ਦੋਸਤ ਹੈ। ਮੈਂ ਜੇ ਕੱਲ੍ਹ ਨੂੰ ਮੌਤ ਦੇ ਆਗੋਸ਼ 'ਚ ਚਲਿਆ ਗਿਆ ਅਤੇ ਉਹ ਵੀ ਮੇਰੇ ਤੋਂ ਕੁਝ ਦੇਰ ਬਾਅਦ ਮਰ ਗਿਆ ਤਾਂ ਮਿੱਤਰਤਾ ਦਾ ਹੱਕ ਕੌਣ ਅਦਾ ਕਰੇਗਾ? ਕੌਣ ਏਡੇ ਵੱਡੇ ਲੇਖਕ ਇੰਨੇ ਦਿਲਚਸਪ ਕਿਰਦਾਰ ਦੀ ਦਾਸਤਾਨੇ ਹਯਾਤ ਬਿਆਨ ਕਰੇਗਾ? ਰੱਬ ਨੇ ਚਾਹਿਆ ਤਾਂ ਮੈਂ ਕਰੂੰਗਾ ਵਕਤ ਆਉਣ 'ਤੇ। ਖੈਰ ਇਹ ਬਾਰੀ ਪ੍ਰਸੰਗ ਸੀ। ਰਫੀਕ ਜਿਵੇਂ ਸੋਮਨਾਥ 'ਤੇ ਆਪਣੇ ਤਾਜ਼ਾ ਤਰੀਨ ਹਮਲੇ ਦੀ ਤਿਆਰੀ ਕਰ ਰਿਹਾ ਸੀ। ਮੈਂ ਨਹੀਂ ਦੱਸ ਸਕਦਾ ਨਿਜ਼ਾਮੀ ਇਹਦੇ ਗਾਫਿਲ ਸੀ ਜਾਂ ਨਹੀਂ, ਜਾਂ ਨੂਰ ਜਹਾਂ ਨੂੰ ਉਹਦੇ ਇਰਾਦਿਆਂ ਦਾ ਇਲਮ ਸੀ। ਅੱਲਾ ਹੀ ਬਿਹਤਰ ਜਾਣਦਾ ਹੈ। ਮੈਂ ਹੈਰਾਨ ਸੀ ਕਿ ਉੱਧਰ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ, ਇੱਧਰ ਸਕੌਚ ਦੇ ਦੌਰ ਚੱਲ ਰਿਹਾ ਹੈ। ਨਿਜ਼ਾਮੀ ਦੇ ਹੱਥ ਵਿੱਚ ਗਲਾਸ ਸੀ। ਨੂਰ ਜਹਾਂ ਵੀ ਹੌਲੀ ਹੌਲੀ ਖੁਸ਼ ਰੰਗ ਸ਼ਰਾਬ ਆਪਣੇ ਹੋਠਾਂ ਦੇ ਜ਼ਰੀਏ ਚੂਸ ਰਹੀ ਸੀ। ਖੁਰਸ਼ੀਦ ਉਰਫ ਅਨੁਰਾਧਾ ਤਾਂ ਖੈਰ ਪੁਖਤਾਕਾਰ ਸ਼ਰਾਬੀਆਂ ਵਾਂਗ ਘੁੱਟ ਭਰਦੀ ਸੀ। ਤੇ ਰਫੀਕ ਗਜ਼ਨਾਂ ਦਾ ਰਫੀਕ ਉਸ ਗਜ਼ਨਾਂ ਦਾ ਜਿਹਨੇ ਮਹਿਮੂਦ ਪੈਦਾ ਕੀਤਾ ਸੀ ਤੇ ਜੋ ਇੱਕ ਅਯਾਜ਼ ਮਹਿਮੂਦ ਗਜ਼ਨਵੀ ਦੇ ਪ੍ਰੇਮ ਪਾਤਰ ਦਾ ਨਾਂ ਹੈ, ਦੀ ਮੁਹੱਬਤ 'ਚ ਗ੍ਰਿਫਤਾਰ ਸੀ। ਗਲਾਸ ਕਾਲੀਨ 'ਤੇ ਰੱਖੀ ਮਰਾਸੀਆਂ ਦੇ ਲਤੀਫੇ ਸੁਣਾ ਰਿਹਾ ਸੀ ਤੇ ਮੈਂ ਜਦੋਂ ਅੰਦਰ ਦਾਖਲ ਹੋਇਆ ਤਾਂ ਉਹਨੇ ਹਸਬੇ ਆਦਤ ਇਸਤਕਬਾਲ ਦੇ ਤੌਰ 'ਤੇ ਇੱਕ ਭਾਰੀ ਭਰਕਮ ਗਾਲ ਆਪਣੇ ਮੂੰਹ 'ਚੋਂ ਕੱਢੀ। ਫਿਰ ਫੌਰਨ ਹੀ ਸ਼ਰੀਫਾਨਾ ਲਹਿਜ਼ਾ ਅਖਤਿਆਰ ਕਰਦਿਆਂ ਮੈਨੂੰ ਕਿਹਾ, ਆਓ ਆਓ ਤਸ਼ਰੀਫ ਰੱਖੋ। ਫਿਰ ਨੂਰ ਜਹਾਂ ਵੱਲ ਵੇਖ ਕੇ ਉਹਨੇ ਮੈਨੂੰ ਕਿਹਾ, ਜਾਣਦਾ ਇਹਨਾਂ ਨੂੰ? ਮੈਂ ਜਵਾਬ ਦਿੱਤਾ, ਜਾਣਦਾ। ਰਫੀਕ 4 ਪੈਗ ਪੀਣ ਤੋਂ ਬਾਅਦ ਆਮ ਤੌਰ 'ਤੇ ਸ਼ਰਾਬੀ ਹੋ ਜਾਂਦਾ ਹੈ। ਹੱਕ ਲਾਉਂਦਿਆਂ ਉਹਨੇ ਮੈਨੂੰ ਕਿਹਾ, ਨਹੀਂ ਤੂੰ ਕੁਛ ਨਹੀਂ ਜਾਣਦਾ ਮੰਟੋ, ਇਹ ਨੂਰ ਹੈ, ਨੂਰੇ ਜਹਾਂ, ਸਰੂਰੇ ਜਹਾਂ। ਖੁਦਾ ਦੀ ਕਸਮ ਅਜਿਹੀ ਆਵਾਜ਼ ਪਾਈ ਹੈ ਬਈ ਬਹਿਸ਼ਤ ਵਿੱਚ ਖੁਸ਼ਹਲਹਾਨ ਤੋਂ ਖੁਸ਼ਲਹਾਨ ਹੂਰ ਵੀ ਸੁਣੇ ਤਾਂ ਇਹਨੂੰ ਸੰਦੂਰ ਖੁਆਉਣ ਲਈ ਜ਼ਮੀਨ 'ਤੇ ਉਤਰ ਆਏ। ਮੈਂ ਜਾਣਦਾ ਸੀ ਇਹ ਤਾਰੀਫਾਂ ਦੇ ਪੁਲ ਕਿਉਂ ਬਣ ਰਿਹਾ। ਦਰਅਸਲ ਉਹਨਾਂ ਪੁਲਾਂ ਦੇ ਜ਼ਰੀਏ ਉਹ ਨੂਰ ਜਹਾਂ ਦੇ ਜਿਸਮ ਤੱਕ ਪਹੁੰਚਣਾ ਚਾਹੁੰਦਾ ਸੀ। ਮੈਂ ਮਹਿਸੂਸ ਕੀਤਾ ਕਿ ਨੂਰ ਜਹਾਂ ਨੂੰ ਰਫੀਕ 'ਚ ਕੋਈ ਦਿਲਚਸਪੀ ਨਹੀਂ ਹੈ। ਉਹਦੀਆਂ ਗੱਲਾਂ ਸੁਣਦੀ ਸੀ ਅਤੇ ਉਹਨੂੰ ਖੁਸ਼ ਕਰਨ ਲਈ ਇੱਕ ਮਸਨੂਈ ਮੁਸਕਾਨ ਆਪਣੇ ਬੁੱਲ੍ਹਾਂ 'ਤੇ ਖਿਲਾਰ ਲੈਂਦੀ। ਰਫੀਕ ਅੱਵਲ ਦਰਜੇ ਦਾ ਕੰਜੂਸ ਹੈ, ਪਰ ਉਸ ਦਿਨ ਉਹਨੇ ਗੈਰ ਮਾਮੂਲੀ ਦਾਨਸ਼ੀਲਤਾ ਦਾ ਮੁਜ਼ਾਹਰਾ ਕੀਤਾ। ਉਹਨੇ ਬੋਤਲ 'ਚੋਂ ਮੈਨੂੰ ਇੱਕ ਬਹੁਤ ਵੱਡਾ ਪੈਗ ਪੇਸ਼ ਕੀਤਾ ਅਤੇ ਇਸਰਾਰ ਕੀਤਾ ਕਿ ਮੈਂ ਉਹਨੂੰ 21 ਵਾਰ 'ਚ ਖ਼ਤਮ ਕਰ ਦੇਵਾਂ ਤਾਂ ਕਿ ਦੂਸਰਾ ਵੀ ਰਹੇ। ਸਭ ਪੀ ਰਹੇ ਸੀ। ਨੂਰ ਜਹਾਂ ਦਾ ਪੈਗ ਬਹੁਤ ਹਲਕਾ ਸੀ, ਜਿਹਨੂੰ ਉਹ ਹੌਲੀ ਹੌਲੀ ਬੁੱਲ੍ਹਾਂ ਦੇ ਜ਼ਰੀਏ ਚੂਸ ਰਹੀ ਸੀ, ਜਿਵੇਂ ਮੱਖੀਆਂ ਹੌਲੀ ਹੌਲੀ ਫੁੱਲਾਂ 'ਚੋਂ ਸ਼ਹਿਦ ਚੂਸਦੀਆਂ। ਰਫੀਕ ਗਲਾਸ ਹੱਥ 'ਚ ਫੜੀ ਨੂਰ ਜਹਾਂ ਦੀਆਂ ਤਾਰੀਫਾਂ ਦੇ ਪੁਲ ਬਣ ਰਿਹਾ ਸੀ ਕਿ ਟੈਲੀਫੋਨ ਦੀ ਘੰਟੀ ਵੱਜੀ। ਖੁਰਸ਼ੀਦ ਉਰਫ ਅਨੁਰਾਧਾ ਨੇ ਆਪਣੇ ਦੁਬਲੇ ਪਤਲੇ ਪਰ ਖੂਬਸੂਰਤ ਹੱਥਾਂ ਨਾਲ ਟੈਲੀਫੋਨ ਦਾ ਰਿਸੀਵਰ ਚੁੱਕਿਆ। ਕੰਨ ਨਾਲ ਦੂਜੇ ਪਾਸਿਓਂ ਦੀ ਆਵਾਜ਼ ਸੁਣੀ। ਬੇਚੈਨ ਹੋਈ ਤੇ ਫੌਰਨ ਰਿਸੀਵਰ ਦਾ ਮੂੰਹ ਬੰਦ ਕਰਕੇ ਨੂਰ ਜਹਾਂ ਨਾਲ ਮੁਖਾਤਿਬ ਹੋ ਕੇ ਬੋਲੀ, ਸੇਠ ਵਿਆਸ ਨੇ। ਨਿਜ਼ਾਮੀ ਨੇ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਇਜ਼ਹਾਰ ਨਾ ਕੀਤਾ ਤੇ ਕਿਹਾ, ਬੇਟਾ ਕਹਿ ਦੇ ਨੂਰ ਜਹਾਂ ਇੱਥੇ ਨਹੀਂ ਆ।
ਖੁਰਸ਼ੀਦ ਉਰਫ ਅਨੁਰਾਧਾ ਨੇ ਸੇਠ ਵਿਆਸ ਨੂੰ ਮੁਨਾਸਿਬ ਸ਼ਬਦਾਂ 'ਚ ਕਹਿ ਦਿੱਤਾ ਕਿ ਨੂਰਜਹਾਂ ਉੱਥੇ ਨਹੀਂ ਹੈ। ਅਤੇ ਜਦੋਂ ਟੈਲੀਫੋਨ ਦਾ ਸਿਲਸਿਲਾ ਖਤਮ ਹੋਇਆ ਤਾਂ ਰਫੀਕ ਨੇ ਖੁਰਸ਼ੀਦ ਨੂੰ ਕਿਹਾ, ਸ਼ੈਦਾਂ ਜਾਂ ਅੰਦਰੋਂ ਹਾਰਮੋਨੀਅਮ ਲੈ ਆ, ਸੇਠ ਵਿਆਸ ਜਾਵੇ ਜਹੰਨਮ 'ਚ। ਖੁਰਸ਼ੀਦ ਅੰਦਰੋਂ ਹਾਰਮੋਨੀਅਮ ਦੀ ਪੇਟੀ ਲੈ ਆਈ। ਰਫੀਕ ਨੇ ਉਹਨੂੰ ਖੋਲ੍ਹਿਆ, ਉਹਦਾ ਢੱਕਣ ਚੁੱਕਿਆ ਅਤੇ ਹਵਾ ਭਰ ਕੇ ਆਪਣੇ ਮਖਸੂਸ ਅੰਦਾਜ਼ 'ਚ ਇੱਕ ਸੁਰ ਛੇੜਿਆ ਅਤੇ ਖੁਦ ਝੂਮਣ ਲੱਗਿਆ, ਹਾਏ ਸੁਬਹਾਨ ਅੱਲਾ ਵਾਹ। ਅਤੇ ਦੇਰ ਤੱਕ ਮੁਖਤਲਿਫ ਸੁਰਾਂ ਨੂੰ ਛੇੜ ਕੇ ਹਾਏ ਸੁਬਹਾਨ ਅੱਲਾ ਅਤੇ ਵਾਹ ਵਾਹ ਕਰਦਾ ਰਿਹਾ। ਮੇਰਾ ਖਿਆਲ ਹੈ ਰਫੀਕ ਅਤੇ ਅਲਾਮਾ ਇਕਬਾਲ ਦਾ ਇੱਕ ਮਿਸਰਾ ਸਾਦਿਕ ਆਉਂਦਾ ਹੈ, ਦੇਤੇ ਹੈ ਸਰੂਰ ਅੱਵਲ ਲਾਤੇ ਹੈ ਸ਼ਰਾਬ ਆਖਿਰ। ਗਾਉਣ ਤੋਂ ਪਹਿਲਾਂ ਹੀ ਰਫੀਕ ਸਰੋਤਿਆਂ 'ਤੇ ਖੁਮਾਰੀ ਤਾਰੀ ਕਰ ਦੇਣ ਦਾ ਆਦੀ ਹੈ, ਪਰ ਉਸ ਦਿਨ ਉਹਨੇ ਨਹੀਂ ਗਾਇਆ ਕਿਉਂਕਿ ਉਹਦਾ ਸਾਰਾ ਧਿਆਨ ਨੂਰਜਹਾਂ 'ਤੇ ਮਕੂਸ ਸੀ। ਇੱਕ ਸੁਰ ਛੇੜ ਕੇ ਉਹਨੇ ਨੂਰਜਹਾਂ ਵੱਲ ਆਪਣੀਆਂ ਨਸ਼ੀਲੀਆਂ ਅੱਖਾਂ ਨਾਲ ਵੇਖਿਆ ਅਤੇ ਦਰਖਾਸਤ ਕੀਤੀ, ਨੂਰ ਬਸ ਹੋ ਜਾਏ ਕੋਈ ਚੀਜ਼। ਹਾਏ ਕਿੰਨਾ ਪਿਆਰਾ ਅਤੇ ਮਿੱਠਾ ਸੁਰ ਹੈ, ਚੱਲ ਗਾ। ਤੁਸੀਂ ਪਰਦੇ 'ਤੇ ਐਕਟਰ ਐਕਟਰੈਸ ਦੇ ਡਰਾਮੇ ਦੇਖਦੇ ਹੋ, ਉਹਨਾਂ ਦੀ ਕਿਰਦਾਰ ਨਿਗਾਰੀ ਤੋਂ ਖੁਸ਼ ਹੁੰਦੇ ਹੋ। ਮੈਂ ਤੁਹਾਨੂੰ ਉਸ ਡਰਾਮੇ ਦੀ ਇੱਕ ਝਲਕ ਦਿਖਾਉਣਾ ਜੋ ਉਸ ਦਿਨ ਉੱਥੇ ਰਫੀਕ ਗਜ਼ਨਵੀ ਦੇ ਘਰ ਖੇਡਿਆ ਗਿਆ। ਜਿਉਂਦੇ ਜਾਗਦੇ 100% ਹਕੀਕੀ ਡਰਾਮੇ ਦੀ ਝਲਕ। ਨੂਰਜਹਾਂ ਹਾਰਮੋਨੀਅਮ ਲੈ ਕੇ ਸੋਫੇ 'ਤੇ ਰੱਖ ਲੈਂਦੀ ਹੈ। ਉਹਦੇ ਕੋਲ ਖੁਰਸ਼ੀਦ ਉਰਫ ਅਨੁਰਾਧਾ ਵਿਸਕੀ ਦਾ ਗਲਾਸ ਫੜੀ ਬੈਠੀ ਹੈ। ਰਫੀਕ ਗਜ਼ਨਵੀ ਕਾਲੀਨ 'ਤੇ ਆਲਤੀ ਪਾਲਤੀ ਮਾਰੀ ਨੂਰਜਹਾਂ ਵੱਲ ਆਪਣੀਆਂ ਇਸ਼ਕ ਪੇਸ਼ਾ ਅੱਖਾਂ ਨਾਲ ਵੇਖ ਰਿਹਾ ਹੈ ਅਤੇ ਗਾਣਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਝੂਮ ਰਿਹਾ ਹੈ। ਖੱਬੇ ਹੱਥ ਦੀ ਕੁਰਸੀ 'ਤੇ ਸ਼੍ਰੀ ਨਿਜ਼ਾਮੀ ਬਿਰਾਜਮਾਨ ਹੈ। ਉਹਨਾਂ ਦੇ ਕੋਲ ਹੀ ਖਾਕਸਾਰ ਬੈਠਿਆ ਹੈ ਜੋ ਆਪਣਾ ਦੂਸਰਾ ਪੈਗ ਪੀ ਰਿਹਾ ਹੈ। ਨੂਰਜਹਾਂ ਗਾਉਣਾ ਸ਼ੁਰੂ ਕਰਦੀ ਹੈ, ਸ਼ਾਇਦ ਪੀਲੂ ਦੀ ਠੁਮਰੀ ਹੈ, ਮੇਰੇ ਨੈਣ ਕਾਜਰ ਬਿਨ ਕਾਰੇ ਕਿ ਇੱਕ ਮੋਟਰ ਹੌਲੀ ਜਿਹੀ ਪੋਰਚ ਵਿੱਚ ਆ ਰੁਕਦੀ ਹੈ। ਇੱਕ ਸਾਹਿਬ ਉਹਦੇ ਅੰਦਰੋਂ ਨਿਕਲਦੇ ਹੈ, ਸਿੱਧੇ ਅੰਦਰ ਕਮਰੇ 'ਚ ਆ ਜਾਂਦੇ ਹੈ। ਇਹ ਸੇਠ VM ਵਿਆਸ ਸਨ। ਇੱਕ ਪਲ ਲਈ ਸਾਰੇ ਬੌਂਦਲ ਜਾਂਦੇ ਹੈ, ਪਰ ਨਿਜ਼ਾਮੀ ਫੌਰਨ ਹੀ ਹਾਲਾਤ 'ਤੇ ਕਾਬੂ ਪਾ ਲੈਂਦਾ ਹੈ। ਸੇਠ ਵਿਆਸ ਦੀ ਆਮਦ ਤੋਂ ਜਿਵੇਂ ਕਿ ਬੇਖਬਰ ਉਹ ਚੀਕ ਕੇ ਖੁਰਸ਼ੀਦ ਉਰਫ ਅਨੁਰਾਧਾ ਨੂੰ ਕਹਿੰਦਾ ਹੈ, ਬੇਟਾ ਇਹ ਕੀ ਜ਼ੁਲਮ ਢਾਹ ਰਹੀ ਹੈ, ਇਹਨੂੰ ਇੰਨੀ ਤਕਲੀਫ ਆ ਅਤੇ ਤੂੰ ਇਹਨੂੰ ਗਾਉਣ ਲਈ ਮਜਬੂਰ ਕਰ ਰਹੀ ਹੈ। ਵੇਖ ਇੱਕ ਬੋਲ ਗਾਉਣ ਤੋਂ ਬਾਅਦ ਇਹਦਾ ਕੀ ਹਾਲ ਹੋ ਗਿਆ। ਅਤੇ ਫਿਰ ਉਹ ਨੂਰਜਹਾਂ ਨੂੰ ਕਾਹਲ ਭਰੀ ਆਵਾਜ਼ 'ਚ ਕਹਿੰਦਾ, ਲੇਟ ਜਾ ਨੂਰਜਹਾਂ ਲੇਟ ਜਾ, ਅਤੇ ਅਗਾਂਹ ਵੱਧ ਕੇ ਉਹਨੂੰ ਲਿਟਾ ਦਿੰਦਾ। ਨੂਰਜਹਾਂ ਜ਼ੋਰ ਦੀ ਕਰਾਉਣਾ ਸ਼ੁਰੂ ਕਰ ਦਿੰਦੀ ਹੈ। ਰਫੀਕ ਉੱਠ ਕੇ ਇੰਤਹਾਈ ਤਸ਼ਵੀਸ਼ ਦਾ ਇਜ਼ਹਾਰ ਕਰਦਾ ਹੈ। ਨਿਜ਼ਾਮੀ ਕਿਸੇ ਤਰ੍ਹਾਂ ਉੱਚੇ ਲਹਿਜ਼ੇ 'ਚ ਖੁਰਸ਼ੀਦ ਨਾਲ ਮੁਖਾਤਿਬ ਹੁੰਦਾ ਹੈ, ਉੱਠ ਬੇਟੀ ਕੀ ਸੋਚ ਰਹੀ ਹੈ, ਜਾ ਜਲਦੀ ਨਾਲ ਗਰਮ ਪਾਣੀ ਦੀ ਬੋਤਲ ਲਿਆ। ਅਤੇ ਖੁਰਸ਼ੀਦ ਉੱਠ ਕੇ ਛੋਲੇ ਪੈਰੀਂ ਕਮਰੇ 'ਚੋਂ ਬਾਹਰ ਨਿਕਲ ਜਾਂਦੀ ਹੈ। ਨਿਜ਼ਾਮੀ ਕਰਾਉਂਦੀ ਨੂਰਜਹਾਂ ਨੂੰ ਪੁਚਕਾਰਦਾ ਹੈ। ਫਿਰ ਸੇਠ ਵਿਆਸ ਨਾਲ ਮੁਖਾਤਿਬ ਹੁੰਦਾ ਹੈ, ਭਾਈਜਾਨ ਉਹੀ ਤਕਲੀਫ ਆ ਜੋ ਔਰਤਾਂ ਨੂੰ ਹੋਇਆ ਕਰਦੀ ਹੈ। ਅਤੇ ਸੇਠ ਵਿਆਸ ਖਾਮੋਸ਼ ਰਹਿੰਦਾ ਹੈ। ਮੈਂ ਵੀ ਦਮ ਬਖੁਦ ਹਾਂ। ਨਿਜ਼ਾਮੀ ਇੱਕ ਵਾਰ ਫਿਰ ਕਰਾਉਂਦੀ ਹੋਈ ਦੂਰੀ ਹੁੰਦੀ ਜਾਂਦੀ ਨੂਰਜਹਾਂ ਨੂੰ ਪੁਚਕਾਰਦਾ ਅਤੇ ਸੇਠ ਵਿਆਸ ਵੱਲ ਵੇਖਦਾ ਕਹਿੰਦਾ ਹੈ, ਕੱਲ੍ਹ ਤੋਂ ਗਰੀਬ ਮਾਰੇ ਪੀੜ ਦੇ ਦੂਰੀ ਹੁੰਦੀ ਜਾ ਰਹੀ ਹੈ। ਮੈਨੂੰ ਕਹਿੰਦੀ ਸੀ ਚਾਚਾ ਜਾਨ ਮੇਰੇ ਕੋਲੋਂ ਸ਼ੂਟਿੰਗ ਨਹੀਂ ਹੋ ਸਕਣੀ, ਪਰ ਮੈਂ ਕਿਹਾ ਨਹੀਂ ਬੇਟਾ ਇਹ ਬੁਰਾ ਸ਼ਗਨ ਆ। ਇੱਥੇ ਬੰਬਈ 'ਚ ਤੇਰੀ ਪਹਿਲੀ ਪਿਕਚਰ ਆ ਅਤੇ ਫਿਰ ਸ਼ੂਟਿੰਗ ਦਾ ਪਹਿਲਾ ਦਿਨ, ਇਹ ਵੀ ਛੱਡ। ਸੇਠ ਵਿਆਸ ਮੈਨੂੰ ਆਪਣਾ ਭਰਾ ਕਹਿ ਚੁੱਕਿਆ, ਤੂੰ ਭਾਵੇਂ ਮਰ ਪਰ ਜ਼ਰੂਰ ਜਾ। ਅਤੇ ਅਸੀਂ ਇਸ ਲਈ ਇੱਥੇ ਆਏ ਸੀ ਕਿ ਰਫੀਕ ਤੋਂ ਥੋੜ੍ਹੀ ਵਰਾਂਡੀ ਲੈ ਲਈਏ ਅਤੇ ਫਿਰ ਉਹਦੀ ਕਾਰ ਲੈ ਕੇ ਸਟੂਡੀਓ ਪਹੁੰਚ ਜਾਈਏ। ਅਤੇ ਤੁਸੀਂ ਕੋਈ ਫਿਕਰ ਨਾ ਕਰੋ, ਤੁਹਾਡਾ ਨੁਕਸਾਨ ਮੇਰਾ ਨੁਕਸਾਨ ਆ, ਤੁਸੀਂ ਮੇਰੇ ਭਰਾ ਹੋ। ਨੂਰਜਹਾਂ ਹੁਣੇ ਪਹੁੰਚਦੀ ਹੈ। ਸੇਠ ਵਿਆਸ ਖਾਮੋਸ਼ ਰਹਿੰਦਾ ਹੈ। ਨਿਜ਼ਾਮੀ ਆਪਣੇ ਨਹੁੰ ਟੁੱਕਦਾ ਹੈ। ਮੈਂ ਸੋਚਦਾ ਇਹ ਸਭ ਕੀ ਹੈ। ਕਹਾਣੀ ਮੇਰੀ ਹੈ, ਮਿਊਜ਼ਿਕ ਰਫੀਕ ਗਜ਼ਨਵੀ ਦੇ ਰਿਹਾ ਹੈ, ਸ਼ੂਟਿੰਗ ਚੱਲ ਰਹੀ ਹੈ, ਅਸੀਂ ਹੀਰੋਇਨ ਦੇ ਨਾਲ ਰੰਗ ਰਲੀਆਂ ਮਨਾ ਰਹੇ ਹਾਂ ਕਿ ਸੇਠ ਵਿਆਸ ਸਾਡਾ ਆਕਾਇਨ ਮੌਕੇ 'ਤੇ ਪਹੁੰਚ ਜਾਂਦਾ ਹੈ। ਰੰਗ ਰਲੀਆਂ ਹੀ ਤਾਂ ਸਨ। ਵਿਸਕੀ ਦਾ ਦੌਰ ਚੱਲ ਰਿਹਾ ਸੀ। ਨੂਰਜਹਾਂ ਗਾ ਰਹੀ ਸੀ, ਤੋਰੇ ਨੈਣ ਕਾਜਰ ਬਿਨ ਕਾਰੇ, ਅਤੇ ਚੰਗਾ ਭਲਾ ਮੁਜਰਾ ਹੋ ਰਿਹਾ ਸੀ। ਅਤੇ ਨਿਜ਼ਾਮੀ ਆਪਣੇ ਮਖਸੂਸ ਅੰਦਾਜ਼ 'ਚ ਸੇਠ ਵਿਆਸ ਨਾਲ ਕੁਝ ਗੱਲਾਂ ਹੋਰ ਕਰਦਾ ਹੈ ਅਤੇ ਯਕੀਨ ਦਿਵਾਉਂਦਾ ਹੈ ਕਿ ਜਦੋਂ ਉਹ ਦੋਵੇਂ ਇੱਕ ਦੂਜੇ ਨੂੰ ਭਰਾ ਕਹਿ ਚੁੱਕੇ ਹੈ ਅਤੇ ਫਿਰ ਕਿਸੇ ਕਿਸਮ ਦੀ ਸ਼ੱਕ ਸ਼ੁਬਾ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ। ਅਤੇ ਉਦੋਂ ਖੁਰਸ਼ੀਦ ਗਰਮ ਪਾਣੀ ਦੀ ਬੋਤਲ ਲੈ ਕੇ ਆ ਜਾਂਦੀ ਹੈ ਜੋ ਨੂਰਜਹਾਂ ਦੇ ਢਿੱਡ 'ਤੇ ਰੱਖ ਦਿੱਤੀ ਜਾਂਦੀ ਹੈ। ਨੂਰਜਹਾਂ ਕੁਝ ਸੁੱਖ ਦਾ ਸਾਹ ਲੈਂਦੀ ਹੈ। ਹੁਣ ਨਿਜ਼ਾਮੀ ਫਿਰ ਸੇਠ ਵਿਆਸ ਨਾਲ ਜੋ ਹੌਲ ਦਾ ਅੱਬਾ ਬਣਿਆ ਖੜਾ ਹੈ ਕਹਿੰਦਾ ਹੈ, ਤੁਸੀਂ ਤਸ਼ਰੀਫ ਲੈ ਚਲੋ, ਮੈਂ ਅਤੇ ਰਫੀਕ ਥੋੜ੍ਹੀ ਦੇਰ 'ਚ ਹੀ ਨੂਰਜਹਾਂ ਨੂੰ ਨਾਲ ਲੈ ਕੇ ਆਉਂਦੇ ਹਾਂ। ਮੇਰਾ ਖਿਆਲ ਆ ਖੁਰਸ਼ੀਦ ਵੀ ਨਾਲ ਚੱਲੇ
ਔਰਤਾਂ ਦੇ ਸਾਰੇ ਮਾਮਲੇ ਜਾਣਦੀਆਂ ਨੇ ਤੇ ਸੇਠ ਵਿਆਸ ਆਪਣੀ ਟੋਪੀ ਠੀਕ ਕਰਦਾ ਹੋਇਆ ਚਲਾ ਜਾਂਦਾ ਹੈ। ਇਹ ਸੀ ਜਿਉਂਦੇ ਜਾਗਦੇ 100% ਹਕੀਕੀ ਡਰਾਮੇ ਦੀ ਝਲਕ। ਸੇਠ VM ਵਿਆਸ ਦੇ ਜਾਂਦਿਆਂ ਹੀ ਸਭ ਦੀ ਜਾਨ 'ਚ ਜਾਨ ਆਈ। ਨੂਰਜਹਾਂ ਨੇ ਗਰਮ ਪਾਣੀ ਦੀ ਬੋਤਲ ਪਾਸੇ ਕੀਤੀ ਤੇ ਨਿਜ਼ਾਮੀ ਨੂੰ ਕਿਹਾ, ਨਿਜ਼ਾਮੀ ਚਾਚਾ, ਤੁਸੀਂ ਕਿਹਾ ਸੀ ਨਾ ਜਾਵੀਂ। ਨਿਜ਼ਾਮੀ ਸੰਜੀਦਾ ਹੋ ਗਿਆ। ਬੇਟਾ, ਉਹ ਮੈਂ ਤੇਰੇ ਭਲੇ ਲਈ ਕਿਹਾ ਸੀ। ਪਹਿਲੇ ਹੀ ਦਿਨ ਆਦਮੀ ਸ਼ੂਟਿੰਗ 'ਤੇ ਚਲਿਆ ਜਾਏ ਤੇ ਪ੍ਰੋਡਿਊਸਰ ਦੇ ਫੇਰੇ ਨਾ ਲਵਾਏ ਤਾਂ ਸਿਰ 'ਤੇ ਸਵਾਰ ਹੋ ਜਾਂਦਾ ਹੈ। ਆਪਣੀ ਮੁਮਤਾਜ਼ ਤੋਂ ਹੀ ਪੁੱਛ ਵੇਖ, ਜਦੋਂ ਤੱਕ ਸਟੂਡੀਓ ਤੋਂ ਗੱਡੀ ਨਾ ਆਏ ਮਜਾਲ ਆ ਜੇ ਉਹ ਸ਼ੂਟਿੰਗ 'ਤੇ ਜਾਏ, ਅਤੇ ਜਦੋਂ ਗੱਡੀ ਆਉਂਦੀ ਹੈ ਤਾਂ ਮੈਂ ਉਹਨੂੰ ਘੱਟੋ ਘੱਟ 1 ਘੰਟਾ ਥੱਲੇ ਖੜ੍ਹੀ ਰੱਖਦਾ। ਰਾਏ ਬਹਾਦਰ, ਚੁੰਨੀ ਲਾਲ ਮੇਰੇ ਇੰਨੇ ਚੰਗੇ ਦੋਸਤ ਨੇ, ਪਰ ਮੈਂ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦਾ। ਕਈ ਵਾਰ ਤਾਂ ਇੰਝ ਵੀ ਹੋਇਆ ਕਿ ਆਪਣੀ ਗੱਡੀ 'ਚ ਮੁਮਤਾਜ਼ ਨੂੰ ਲੈਣ ਆਏ। ਖੈਰ ਹੁਣ ਸਭ ਠੀਕ ਆ। ਉਹ ਖੁਦ ਆਇਆ ਇੱਥੇ ਚੱਲ ਕੇ, ਅਤੇ ਤੂੰ ਬਿਮਾਰ ਹੈ ਅਤੇ ਬਿਮਾਰੀ ਦੀ ਹਾਲਤ 'ਚ ਜਾ ਰਹੀ ਹੈ। ਸੇਠ ਵਿਆਸ ਨੂੰ ਤੇਰਾ ਖਿਆਲ ਰਹੂਗਾ। ਇਸ ਤੋਂ ਮਗਰੋਂ ਨਿਜ਼ਾਮੀ ਨੇ ਕੁਝ ਦੇਰ ਹੋਰ ਪ੍ਰੋਡਿਊਸਰ ਅਤੇ ਆਰਟਿਸਟ ਦੇ ਆਪਸੀ ਰਿਸ਼ਤੇ ਦੀਆਂ ਬਰੀਕੀਆਂ ਬਿਆਨ ਕੀਤੀਆਂ। ਉਹ ਤਮਾਮ ਗੁਰ ਦੱਸੇ ਜੋ ਆਰਟਿਸਟ ਨੂੰ ਵਰਤਣੇ ਚਾਹੀਦੇ ਨੇ। ਫਿਰ ਗੁਫ਼ਤਗੂ ਹੌਲੀ ਹੌਲੀ ਸ਼ੌਕਤ ਹੁਸੈਨ ਰਿਜ਼ਵੀ ਵੱਲ ਮੁੜ ਗਈ। ਨਿਜ਼ਾਮੀ ਆਪਣੀਆਂ ਗੱਲਾਂ ਨਾਲ ਜ਼ਬਰਦਸਤੀ ਨੂਰਜਹਾਂ ਦੇ ਦਿਲੋਂ ਦਿਮਾਗ 'ਚ ਖਿਆਲ ਵਾੜਨਾ ਚਾਹੁੰਦਾ ਸੀ ਕਿ ਹੁਣ ਉਹਦਾ ਸ਼ੌਕਤ ਅਲੀ ਨਾਲ ਕੋਈ ਸਰੋਕਾਰ ਨਹੀਂ। ਉਹਦੇ ਦਿਲ 'ਚ ਹੁਣ ਸ਼ੌਕਤ ਅਲੀ ਲਈ ਕੋਈ ਥਾਂ ਨਹੀਂ। ਇਹੀ ਕਿ ਉਹਨੂੰ ਉਹੀ ਰਸਤਾ ਅਖਤਿਆਰ ਕਰਨਾ ਚਾਹੀਦਾ ਹੈ ਜਿਸ 'ਤੇ ਮੁਮਤਾਜ਼ ਸ਼ਾਂਤੀ ਉਹਦੀ ਹਿਦਾਇਤ ਦੇ ਮੁਤਾਬਕ ਇੰਨੇ ਸਮੇਂ ਤੋਂ ਚੱਲ ਰਹੀ ਹੈ ਅਤੇ ਇੰਨਾ ਨਾਂ ਅਤੇ ਪੈਸਾ ਕਮਾ ਚੁੱਕੀ ਹੈ। ਅਸਲ 'ਚ ਸ਼ੌਕਤ ਘੜੀ ਸਾਜ਼ ਸੀ ਅਤੇ ਆਪਣੀ ਕਲਾ 'ਚ ਪੂਰੀ ਨਿਪੁੰਨਤਾ ਰੱਖਦਾ ਸੀ, ਇਸ ਲਈ ਕਿ ਉਹ ਹਰ ਸ਼ੈ ਦੀ ਨੋਕ ਪਲਕ ਦਰੁਸਤ ਕਰਦਾ ਰਹਿੰਦਾ ਸੀ। ਉਹਦੀ ਤਬੀਅਤ ਕਿਸੇ ਉਖੜੇ ਹੋਏ ਪੁਰਜੇ, ਕਿਸੇ ਟੇਢੇ ਕਿੱਲ, ਕਿਸੇ ਗਲਤ ਸਮਾਂ ਦੇਣ ਵਾਲੀ ਘੜੀ, ਕੱਪੜੇ 'ਤੇ ਪਏ ਕਿਸੇ ਵੱਟ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਉਹਦੇ ਸੁਭਾਅ 'ਚ ਇੱਕ ਨਜ਼ਮ ਹੈ, ਉਹੀ ਨਜ਼ਮ ਜੋ ਇੱਕ ਚੰਗੀ ਘੜੀ 'ਚ ਹੁੰਦੀ ਹੈ, ਪਰ ਨੂਰਜਹਾਂ ਦੇ ਮਾਮਲੇ 'ਚ ਉਹ ਖੁਦ ਨੂੰ ਬੇਵੱਸ ਸਮਝਦਾ ਹੈ। ਉੱਧਰ ਨੂਰਜਹਾਂ ਵੀ ਜੋ ਆਪਣੇ ਗਲੇ 'ਚੋਂ ਬਰੀਕ ਤੋਂ ਬਰੀਕ ਸੁਰ ਕੱਢ ਸਕਦੀ ਸੀ, ਹੈਰਾਨ ਸੀ ਕਿ ਆਪਣੇ ਦਿਲ 'ਚੋਂ ਸ਼ੌਕਤ ਦੀ ਯਾਦ ਕਿਵੇਂ ਕੱਢੇ। ਉਹ ਵੱਡੇ ਵੱਡੇ ਉਸਤਾਦਾਂ ਵਾਂਗ ਗਾ ਸਕਦੀ ਸੀ, ਪਰ ਇੱਕ ਖਿਆਲ ਉਹਦੇ ਦਿਲੋਂ ਦਿਮਾਗ 'ਤੇ ਹਰ ਵੇਲੇ ਛਾਇਆ ਰਹਿੰਦਾ। ਇਹ ਖਿਆਲ ਉਹਦੇ ਮਹਿਬੂਬ ਦਾ ਸੀ, ਬਾਂਕੇ ਛਬੀਲੇ ਸ਼ੌਕਤ ਦਾ, ਜਿਹਨੇ ਉਹਦੀ ਜ਼ਿੰਦਗੀ ਨੂੰ ਬਿਹਤਰੀਨ ਲਜ਼ਤ ਬਖਸ਼ੀ ਸੀ, ਜਿਹਨੇ ਉਹਦੇ ਬਦਨ 'ਚ ਹਰਾਰਤ ਪੈਦਾ ਕੀਤੀ ਸੀ, ਜੋ ਸੰਗੀਤ ਜਿਹੀ ਲਤੀਫ ਚੀਜ਼ ਵੀ ਪੈਦਾ ਨਹੀਂ ਕਰ ਸਕਦੀ ਸੀ। ਸ਼ੌਕਤ ਦੇ ਮੁਤਲਕ ਗੁਫ਼ਤਗੂ ਸ਼ੁਰੂ ਹੋਈ ਅਤੇ ਜਦੋਂ ਨੂਰਜਹਾਂ ਨੇ ਉੱਪਰੇ ਦਿਲੋਂ ਉਹਦੇ ਲਈ ਆਪਣੀ ਨਫ਼ਰਤ ਦਾ ਇਜ਼ਹਾਰ ਕੀਤਾ ਤਾਂ ਮੇਰੇ ਤੋਂ ਰਿਹਾ ਨਾ ਗਿਆ। ਮੈਂ ਉਹਨੂੰ ਕਿਹਾ, ਨੂਰਜਹਾਂ, ਜੋ ਕੁਝ ਵੀ ਤੂੰ ਕਿਹਾ ਸਭ ਬਕਵਾਸ ਹੈ। ਖੁਦਾ ਦੀ ਸਹੁੰ, ਉਹ ਤੇਰੇ ਦਿਲ 'ਚੋਂ ਨਹੀਂ ਨਿਕਲਿਆ। ਤੁਸੀਂ ਦੋਵੇਂ ਇੱਕ ਦੂਜੇ 'ਤੇ ਮਰਦੇ ਹੋ, ਪਰ ਤੁਸੀਂ ਦੋਵੇਂ ਖੁਦ ਫਰੇਬ ਹੋ। ਅਜੇ ਕੱਲ੍ਹ ਹੀ ਮੁਸੱਵਰ ਦੇ ਦਫ਼ਤਰ 'ਚ ਤੇਰੀ ਗੱਲ ਹੋ ਰਹੀ ਸੀ। ਕੱਲ੍ਹ ਸ਼ਾਮ ਕੀ, ਹਰ ਸ਼ਾਮ ਜਦੋਂ ਮੈਂ ਤੇ ਸ਼ੌਕਤ ਪੀਣਾ ਸ਼ੁਰੂ ਕਰਦੇ ਹਾਂ, ਉਹ ਕਿਸੇ ਨਾ ਕਿਸੇ ਬਹਾਨੇ ਤੇਰੀ ਗੱਲ ਛੇੜ ਦਿੰਦਾ ਹੈ, ਫਿਰ ਖੁਦ ਹੀ ਕਹਿੰਦਾ ਉਹਦੀ ਗੱਲ ਨਾ ਕਰ। ਇਹੀ ਹਾਲ ਤੇਰਾ ਹੈ। ਮੈਂ ਤੇਰੀ ਯਾਦ ਵਿੱਚ ਸ਼ੌਕਤ ਦੀਆਂ ਅੱਖਾਂ 'ਚ ਹੰਝੂ ਵੀ ਵੇਖੇ ਨੇ, ਅਤੇ ਮੈਂ ਤੈਨੂੰ ਇਹ ਵੀ ਦੱਸਦੇ ਹਾਂ, ਜੇ ਉਹ ਤੇਰੇ ਤੋਂ ਦੂਰ ਰਿਹਾ ਤਾਂ ਉਹ ਆਪਣੀ ਜਵਾਨੀ ਅਤੇ ਆਪਣੀ ਸਿਹਤ ਤਬਾਹ ਕਰ ਲਏਗਾ। ਉਹ ਤੇਰੇ ਬਗੈਰ ਜਿੰਦਾ ਨਹੀਂ ਰਹਿ ਸਕਦਾ। ਪਤਾ ਨਹੀਂ ਤੂੰ ਉੱਤੇ ਕੀ ਜਾਦੂ ਫੂਕ ਰੱਖਿਆ। ਨੂਰਜਹਾਂ 'ਤੇ ਬੇਚੈਨੀ ਜਿਹੀ ਛਾ ਗਈ। ਮੈਂ ਫਿਰ ਕਹਿਣਾ ਸ਼ੁਰੂ ਕੀਤਾ, ਨੂਰਜਹਾਂ, ਖੁਦ ਫਰੇਬੀ ਤੋਂ ਕੰਮ ਨਾ ਲੈ। ਮੈਂ ਮੰਨਦਾ ਨਿਜ਼ਾਮੀ ਸਾਹਿਬ ਬੜੇ ਜਹਾਂ ਦੀਦਾ ਆਦਮੀ ਨੇ, ਪਰ ਇਸ਼ਕ ਮੁਹੱਬਤ 'ਚ ਉਹ ਗੁਰ ਕਦੇ ਨਹੀਂ ਚੱਲਦੇ ਜੋ ਜ਼ਿੰਦਗੀ ਦੇ ਦੂਜੇ ਬਾਜ਼ਾਰਾਂ 'ਚ ਚੱਲਦੇ ਨੇ। ਇਹ ਸਭ ਖੋਟੇ ਸਿੱਕੇ ਨੇ। ਮੈਂ ਇੱਕਦਮ ਨਿਜ਼ਾਮੀ ਸਾਹਿਬ ਨਾਲ ਮੁਖਾਤਿਬ ਹੋ ਕੇ ਕਿਹਾ, ਕਿਉਂ ਨਿਜ਼ਾਮੀ ਸਾਹਿਬ, ਕੀ ਇਹ ਝੂਠ ਹੈ? ਨਿਜ਼ਾਮੀ ਸਾਹਿਬ ਕੁਝ ਇੰਝ ਮੇਰੀ ਤਕਰੀਰ 'ਚ ਗੁੰਮ ਸਨ ਕਿ ਉਹਨਾਂ ਨੇ ਜਦੋਂ ਨਫੀ ਵਿੱਚ ਆਪਣਾ ਸਿਰ ਹਿਲਾਇਆ ਤਾਂ ਉਹਨਾਂ ਨੂੰ ਬਿਲਕੁਲ ਇਹਦਾ ਅਹਿਸਾਸ ਨਹੀਂ ਸੀ। ਫਿਰ ਜਦੋਂ ਇੱਕ ਧੱਕੇ ਦੇ ਨਾਲ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਮੈਂ ਬਹੁਤ ਅੱਗੇ ਨਿਕਲ ਚੁੱਕਿਆ ਸੀ। ਮੈਂ ਨੂਰਜਹਾਂ ਨੂੰ, ਜਿਹਦੀਆਂ ਅੱਖਾਂ 'ਚ ਹੁਣ ਹੰਝੂ ਤੈਰ ਰਹੇ ਸਨ, ਕਹਿ ਰਿਹਾ ਸੀ, ਤੁਸੀਂ ਦੋਨੋਂ ਬੇਵਕੂਫ ਹੋ। ਇੱਕ ਦੂਜੇ ਨਾਲ ਮੁਹੱਬਤ ਕਰਦੇ ਹੋ, ਪਰ ਉਹਨੂੰ ਲੁਕਾਈ ਫਿਰਦੇ ਹੋ। ਕਿਹਨਾਂ ਕੋਲੋਂ? ਇਹ ਦੁਨੀਆ ਤਾਂ ਮਾਫ਼ ਕਰਨਾ ਨੂਰਜਹਾਂ, ਕਿਸੇ ਨੂੰ ਵੀ ਮੁਹੱਬਤ ਕਰਦੇ ਨਹੀਂ ਦੇਖ ਸਕਦੀ, ਪਰ ਇਹਦਾ ਇਹ ਮਤਲਬ ਤਾਂ ਨਹੀਂ ਕਿ ਲੋਕੀ ਮੁਹੱਬਤ ਕਰਨੀ ਛੱਡ ਦੇਣ। ਮੁਮਤਾਜ਼ ਸ਼ਾਂਤੀ ਦੀ ਜ਼ਿੰਦਗੀ ਵਾਕਈ ਕਾਬਲੇ ਰਸ਼ਕ ਹੈ। ਨਿਜ਼ਾਮੀ ਸਾਹਿਬ ਜਿਹੇ ਸ਼ਫੀਕ ਅਤੇ ਹੁਸ਼ਿਆਰ ਚਾਚੇ ਦੀ ਸਰਪ੍ਰਸਤੀ 'ਚ ਉਹ ਯਕੀਨਨ ਖੁਦਾ ਦੀ ਦਇਆ ਨਾਲ ਹੋਰ ਵੀ ਤਰੱਕੀ ਕਰੇਗੀ। ਪਰ ਮੈਂ ਫਿਰ ਨਿਜ਼ਾਮੀ ਸਾਹਿਬ ਨਾਲ ਮੁਖਾਤਿਬ ਹੋਇਆ, ਪਰ ਨਿਜ਼ਾਮੀ ਸਾਹਿਬ, ਤੁਹਾਡੇ ਤੋਂ ਇਹ ਲੁਕਿਆ ਨਹੀਂ ਹੋਏਗਾ ਕਿ ਹਰ ਇਨਸਾਨ ਲਈ ਇੱਕੋ ਹੀ ਚਾਚਾ ਕੰਮ ਨਹੀਂ ਦੇ ਸਕਦਾ। ਤੁਸੀਂ ਜੋ ਹਿਦਾਇਤ ਮੁਮਤਾਜ਼ ਸ਼ਾਂਤੀ ਦੇ ਲਈ ਸੋਚੀ ਸੀ, ਜ਼ਾਹਿਰ ਹੈ ਉਹ ਨੂਰਜਹਾਂ ਦੇ ਲਈ ਸਹੀ ਸਾਬਤ ਨਹੀਂ ਹੋ ਸਕਦੀ। ਦੋਨਾਂ ਦੇ ਮਿਜ਼ਾਜ 'ਚ ਜ਼ਮੀਨ ਅਸਮਾਨ ਦਾ ਫਰਕ ਹੈ।
ਮੈਂ ਝੂਠ ਕਹਿ ਰਿਹਾ ਭਲਾ? ਤੇ ਮੈਂ ਹੁਣ ਨਜ਼ੀਮ ਨੂੰ ਉਸ ਮੁਕਾਮ 'ਤੇ ਲੈ ਆਇਆ ਜਿੱਥੇ ਉਹ ਮੇਰੀ ਕੋਈ ਗੱਲ ਝੁਠਲਾ ਨਹੀਂ ਸਕਦਾ। ਮੈਨੂੰ ਮੌਕਾ ਸਹੀ ਲੱਗਿਆ, ਮੈਂ ਬੋਲਦਾ ਚਲਾ ਗਿਆ। ਮੈਂ ਨੂਰ ਜਹਾਂ ਦੇ ਦਿਲੋਂ ਦਿਮਾਗ 'ਤੇ, ਜੋ ਤਕਰੀਬਨ ਪਹਿਲਾਂ ਤੋਂ ਹੀ ਤਿਆਰ ਸੀ, ਇਹ ਹਕੀਕਤ ਚੰਗੀ ਤਰ੍ਹਾਂ ਅੰਕਿਤ ਕਰ ਦਿੱਤੀ ਕਿ ਉਹ ਤੇ ਸ਼ੌਕਤ ਇੱਕ ਦੂਜੇ ਲਈ ਬਣੇ ਆ ਅਤੇ ਇਹ ਜੋ ਖੁਦ ਫਰੇਬੀ ਤੋਂ ਕੰਮ ਲੈ ਰਹੇ ਆ ਬੜੀ ਮਾੜੀ ਚੀਜ਼ ਹੈ। ਨਿਜ਼ਾਮੀ ਜਦੋਂ ਉੱਠਿਆ ਤੇ ਉਹ ਕੋਈ ਖੁਸ਼ ਆਦਮੀ ਨਹੀਂ ਸੀ। ਇਸ ਜੁਮਲੇ ਵਿੱਚ ਅੰਗਰੇਜ਼ੀ ਪੁਣਾ ਹੈ ਪਰ ਮੈਨੂੰ ਪਸੰਦ ਹੈ। ਪਰ ਆਪਣੀ ਫਿਤਰਤ ਤੋਂ ਮਜਬੂਰ ਉਹ ਮੇਰੇ ਨਾਲ ਰੁੱਖੇਪਣ ਦਾ ਇਜ਼ਹਾਰ ਨਹੀਂ ਕਰ ਸਕਦਾ ਸੀ। ਸੋ ਉਹਨੇ ਪਹਿਲੀ ਨਜ਼ਰੇ ਨੂਰਜਹਾਂ ਨੂੰ ਕਿਹਾ ਕਿ ਉਹ ਗਰਮ ਪਾਣੀ ਦੀ ਬੋਤਲ ਲੈ ਕੇ ਖੁਰਸ਼ੀਦ ਦੇ ਨਾਲ ਸਟੂਡੀਓ ਚਲੀ ਜਾਵੇ। ਉੱਥੇ ਥੋੜ੍ਹੀ ਦੇਰ ਮਗਰੋਂ ਦਰਦ ਦਾ ਬਹਾਨਾ ਬਣਾਉਂਦੀ ਰਹੀ। ਫਿਰ ਉਹਨੇ ਬੜੀ ਦ੍ਰਿੜ ਮੁਸਕਾਨ ਨਾਲ ਮੇਰੇ ਨਾਲ ਗੱਲਬਾਤ ਕੀਤੀ ਅਤੇ ਮੈਨੂੰ ਯਕੀਨ ਦਿਵਾਇਆ ਕਿ ਉਹਨੇ ਮੇਰੇ ਲਈ ਫਲੈਟ ਅਤੇ ਫਰਨੀਚਰ ਦਾ ਮੁਕੰਮਲ ਬੰਦੋਬਸਤ ਕਰ ਰੱਖਿਆ। ਉਹਨੂੰ ਹੈਰਤ ਸੀ ਕਿ ਮੈਂ ਇੰਨੇ ਦਿਨ ਕਿੱਥੇ ਗਾਇਬ ਸੀ। ਫਲੈਟ ਦੀ ਚਾਬੀ ਉਹਦੇ ਮੈਨੇਜਰ ਦੇ ਕੋਲ ਹੈ। ਉਹ ਕਦੋਂ ਤੋਂ ਮੇਰੀ ਉਡੀਕ 'ਚ ਹੈ। ਮੇਰੇ ਲਈ ਬਲੈਕ ਮਾਰਕੀਟ ਤੋਂ ਪੈਟਰੋਲ ਹਾਸਲ ਕਰਨ ਲਈ ਵੀ ਉਹਨੇ ਇੰਤਜ਼ਾਮ ਕਰ ਰੱਖਿਆ। ਇਹ ਤੋਂ ਇਲਾਵਾ ਉਹਨਾਂ ਦੀ ਦਿਲੀ ਖੁਆਇਸ਼ ਹੈ ਕਿ ਮੈਂ ਉਹਨਾਂ ਦੀ ਦਾਵਤ ਕਬੂਲ ਕਰ ਲਵਾਂ ਕਿ ਉਹ ਮੇਰੇ ਤਵਾਜ਼ੇ ਇਲਾਵਾ ਮੁਰਗੇ ਦੇ ਜਾਨੀ ਵਾਕਰ ਬਲੈਕ ਲੇਬਲ ਨਾਲ ਕਰ ਸਕਣ। ਮੈਂ ਮੁਨਾਸਬ ਸ਼ਬਦਾਂ 'ਚ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ, ਉਚੇਚ ਕਰ ਰਹੀ ਸੀ ਕਿ ਮੈਂ ਜ਼ਰੂਰ ਉਹਨਾਂ ਦੀ ਦਾਵਤ ਕਬੂਲ ਕਰਾਂ। ਖੈਰ, ਨਿਜ਼ਾਮੀ ਨੂੰ ਛੱਡੋ, ਕਿਉਂਕਿ ਉਹ ਤਾਂ ਨਿਜ਼ਾਮੀ ਸਾਹਿਬ ਨੇ, ਪਤਾ ਨਹੀਂ ਕਿਸ ਰਿਆਸਤ ਦੇ। ਮੁਮਕਿਨ ਹੈ ਹਸਨ ਨਿਜ਼ਾਮੀ ਦੇਲਵੀ ਦੇ ਮੁਰੀਦ ਹੋਣ ਜਾਂ ਖੁਦ ਸਾਖਤਾ ਨਿਜ਼ਾਮੀ ਹੋਣ। ਮੈਂ ਸਿਰਫ ਇਹ ਦੱਸਣਾ ਹੈ ਕਿ ਮੇਰੀ ਉਸ ਸ਼ਾਮ ਦੀ ਤਕਰੀਰਨੁਮਾ ਗੁਫ਼ਤਗੂ ਨੇ ਨਾ ਸਿਰਫ ਨਿਜ਼ਾਮੀ ਦੇ ਸਾਰੇ ਪਲਾਨ ਖੇਰੂ ਕਰ ਦਿੱਤੇ, ਸਗੋਂ ਰਫੀਕ ਗਜ਼ਨਵੀ ਦੇ ਵੀ, ਜੋ ਨੂਰਜਹਾਂ ਦੇ ਜਿਸਮ ਤੱਕ ਪਹੁੰਚਣਾ ਚਾਹੁੰਦਾ ਸੀ। ਵਕਤ ਬੀਤਣ ਲੱਗਾ। ਮੈਨੂੰ ਪਤਾ ਲੱਗਾ ਨੂਰਜਹਾਂ ਹੁਣ ਕਮਾਲ ਅਮਰੋਹੀ 'ਚ ਕੋਈ ਦਿਲਚਸਪੀ ਨਹੀਂ ਰੱਖਦੀ। ਉਹਦੇ ਟੈਲੀਫੋਨ ਆਉਂਦੇ ਹੈ ਪਰ ਉਹ ਕੋਈ ਜਵਾਬ ਨਹੀਂ ਦਿੰਦੀ। ਉਹ ਆਪਣੀ ਸੈਕਿੰਡ ਹੈਂਡ ਕਾਰ ਲੈ ਕੇ ਆਉਂਦਾ ਹੈ। ਉਹ ਕਿਸੇ ਕਮਰੇ 'ਚ ਛਿਪ ਜਾਂਦੀ ਹੈ ਅਤੇ ਨਿਜ਼ਾਮੀ ਦੀ ਹਿਦਾਇਤ ਦੇ ਮੁਤਾਬਕ ਅਮਲ ਨਹੀਂ ਕਰਦੀ। ਇਹਨਾਂ ਸਾਰੀਆਂ ਗੱਲਾਂ ਦੀ ਰਿਪੋਰਟ ਮੇਰੇ ਜ਼ਰੀਏ ਸ਼ੌਕਤ ਤੱਕ ਪਹੁੰਚ ਜਾਂਦੀ ਸੀ। ਸਾਨੂੰ ਇਸ ਗੱਲ ਦਾ ਕਮਾਲ ਹਾਸਿਲ ਸੀ ਕਿ ਨੂਰਜਹਾਂ ਪੂਰੀ ਤਰ੍ਹਾਂ ਨਾਲ ਨਿਜ਼ਾਮੀ ਦੇ ਸ਼ਿਕੰਜੇ 'ਚ ਹੈ। ਉਹਦਾ ਉੱਥੋਂ ਨਿਕਲਣਾ ਮੁਸ਼ਕਿਲ ਹੈ। ਸੋ ਅਸੀਂ ਇੱਕ ਕਾਨਫਰੰਸ ਕੀਤੀ ਜਿਸ ਵਿੱਚ ਨਜ਼ੀਰ ਲੁਧਿਆਣਵੀ, ਐਡੀਟਰ ਮੁਸੱਵਰ ਵੀਕਲੀ, ਮੈਂ ਅਤੇ ਸ਼ੌਕਤ ਸ਼ਾਮਲ ਸੀ। ਤੈਅ ਹੋਇਆ ਕਿ ਉੱਥੇ ਨਿਜ਼ਾਮੀ ਦੇ ਮਕਾਨ ਦੇ ਨੇੜੇ ਹੀ ਕੈਂਡਲ ਰੋਡ 'ਤੇ ਕੋਈ ਮਕਾਨ ਹਾਸਲ ਕੀਤਾ ਜਾਏ। ਤਾਂ ਨਜ਼ੀਰ ਲੁਧਿਆਣਵੀ ਦੀ ਕੋਸ਼ਿਸ਼ ਸਦਕਾ ਕੈਂਡਲ ਰੋਡ 'ਤੇ ਸਮੁੰਦਰ ਕੰਢੇ ਦੇ ਐਨ ਨੇੜੇ ਗਰਾਊਂਡ ਫਲੋਰ 'ਤੇ ਇੱਕ ਨਿਹਾਇਤ ਸ਼ਾਨਦਾਰ ਫਲੈਟ ਮਿਲ ਗਿਆ ਜਿਸ 'ਚ 3 ਗੁਸਲਖਾਨੇ, ਕਈ ਕਮਰੇ ਅਤੇ ਇੱਕ ਲੰਬਾ ਚੌੜਾ ਡਰਾਇੰਗ ਰੂਮ ਸੀ। ਨਜ਼ੀਰ ਨੇ, ਜੋ ਕਿ 17 ਏਡਲਫੀ ਚੈਂਬਰ ਜਿਹੇ ਵਾਹੀਆਤ ਫਲੈਟ 'ਚ ਰਹਿੰਦੇ ਅੱਕ ਗਿਆ ਸੀ, ਸ਼ੌਕਤ ਨੂੰ ਕਿਹਾ ਕਿ ਉਹ ਸ਼ਿਰਕਤ ਕਰਨ ਲਈ ਤਿਆਰ ਹੈ। ਦੋਵੇਂ ਇਕੱਠੇ ਰਹਿਣਗੇ। ਸੋ ਫੌਰਨ ਫਲੈਟ ਹਾਸਲ ਕਰ ਲਿਆ ਗਿਆ। ਕਿਰਾਇਆ ਤਕਰੀਬਨ 175 ਰੁਪਏ ਜਾਂ 200 ਰੁਪਏ ਮਹੀਨਾ ਸੀ। ਫਰਨੀਚਰ ਅਤੇ ਦੂਸਰਾ ਸਾਜ਼ੋ ਸਮਾਨ ਨਾਲ ਕੁਝ ਦਿਨਾਂ ਦੇ ਅੰਦਰ ਉਹ ਜਹਾਜ਼ਨੁਮਾ ਫਲੈਟ ਸਜਾ ਦਿੱਤਾ ਗਿਆ। ਸ਼ੌਕਤ ਦਾ ਬੈਡਰੂਮ ਸਮੁੰਦਰ ਵੱਲ ਸੀ। ਧੰਨਵਾਦ।